ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਪ੍ਰੋਗਰਾਮ 'ਚ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ ਸਾਥ ਹੁੰਦਾ ਹੈ ਤੇ ਦੇਸ਼-ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ। ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ 'ਚ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਰੁਖ ਕਰੀਏ ਖਬਰਾਂ ਦਾ ਤਾਂ ਸਭ ਤੋਂ ਪਹਿਲਾਂ ਕ੍ਰਿਸਮਸ ਤੇ ਹੀ ਆ ਜਾਂਦੇ ਆ। ਦੇਸ਼ ਦੇ ਵਿੱਚ ਵੱਖ-ਵੱਖ ਤਰੀਕਿਆਂ ਦੇ ਨਾਲ ਲੋਕਾਂ ਦੇ ਵੱਲੋਂ ਕ੍ਰਿਸਮਸ ਮਨਾਈ ਜਾ ਰਹੀ ਹੈ, ਪਰ ਇਸ ਦੇ ਵਿੱਚ ਦੋ ਵੱਖ-ਵੱਖ ਤਰ੍ਹਾਂ ਦੀਆਂ ਕ੍ਰਿਸਮਸਾਂ ਦਾ ਜ਼ਿਕਰ ਕਰਾਂਗੇ। ਇੱਕ ਪਾਸੇ ਜਿਹੜੇ ਲੀਡਰ ਨੇ, ਮੋਹਰੀ ਨੇ, ਉਹ ਤਾਂ ਚਰਚ ਦੇ ਵਿੱਚ ਜਾ ਕੇ ਸਾਰਾ ਕੁਝ ਕਰ ਰਹੇ ਨੇ, ਪੂਰਾ ਫੋਲੋ ਕਰ ਰਹੇ ਨੇ ਟ੍ਰੈਡੀਸ਼ਨ ਨੂੰ। ਦੂਸਰੇ ਪਾਸੇ ਜਿਹੜੇ ਉਹਨਾਂ ਦੇ ਪੈਰੋਕਾਰ ਨੇ, ਉਹਨਾਂ ਦਾ ਬੁਰਾ ਹਾਲ ਹੈ। ਉਹ ਕਿਤੇ ਭੰਨ-ਤੋੜ ਕਰ ਰਹੇ ਨੇ, ਕਿਤੇ ਉਹ ਟੋਪੀਆਂ ਲਾਲ ਦੇਖਦਿਆਂ ਹੀ ਪਿੱਛੇ ਪੈ ਜਾਂਦੇ ਨੇ ਵੀ ਭਾਈ ਇੱਥੋਂ ਚਲੋ, ਆਹ ਨਾ ਕਰੋ, ਉਹ ਨਾ ਕਰੋ, ਪੂਰਾ ਗੁੰਡਾ ਰਾਜ ਫੈਲਾ ਰਹੇ ਨੇ। ਇਹ ਦੋ ਕ੍ਰਿਸਮਸ ਨੂੰ ਜੇ ਕਰਨਾ ਹੋਵੇ ਕੰਕਲੂਡ, ਤਾਂ ਕੀ ਕਹੋਗੇ ਤੁਸੀਂ? ਇਹ ਕ੍ਰਿਸਮਸ ਦਾ ਕਿਹੋ ਜਿਹਾ ਰੂਪ ਹੈ? ਪਹਿਲਾਂ ਤਾਂ ਇਹ ਲੋਕਾਂ ਦਾ ਕਿਹੋ ਜਿਹਾ ਰੂਪ ਹੈ ਜਿਹੜੇ ਏਦਾਂ ਆਪਣੇ ਇੱਕ ਕਲਟ ਨੂੰ ਫੋਲੋ ਕਰਦੇ ਨੇ, ਪਰ ਕਲਟ ਕੁਝ ਹੋਰ ਕਰੀ ਜਾਂਦਾ, ਥੱਲੇ ਭਗਤ ਕੁਝ ਹੋਰ ਕਰੀ ਜਾਂਦੇ ਨੇ। ਦੇਖੋ 25 ਦਸੰਬਰ ਆਪਾਂ ਨੂੰ ਪਤਾ ਹੈ ਕਿ ਕ੍ਰਿਸਚਨਾਂ ਦਾ ਸਭ ਤੋਂ ਵੱਡਾ ਤਿਉਹਾਰ ਹੁੰਦਾ ਗਾ ਤੇ ਉਹ ਕੱਲ ਬੀਤਿਆ ਗਾ। ਉਹਦੇ 'ਚ ਇੱਕ ਪਾਸੇ ਤਾਂ ਨਰਿੰਦਰ ਮੋਦੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਦੇ ਇੱਕ ਚਰਚ 'ਚ ਗਏ ਸੀਗੇ, ਕੈਥੇਡ੍ਰਲ ਚਰਚ 'ਚ। ਉੱਥੇ ਉਹਨਾਂ ਨੇ ਤੁਸੀਂ ਦੇਖਿਆ ਪੂਰਾ ਉਹਨਾਂ ਨੇ ਕ੍ਰਿਸਮਸ ਸੈਲੀਬ੍ਰੇਟ ਕੀਤਾ। ਦੂਜੇ ਪਾਸੇ ਜਿਹੜੇ ਬੀਜੇਪੀ ਸ਼ਾਸਤ ਸੂਬੇ ਨੇ, ਜਿੱਥੇ ਬੀਜੇਪੀ ਦੀਆਂ ਸਰਕਾਰਾਂ ਨੇ, ਉੱਥੋਂ ਜੀ, ਤਸਵੀਰਾਂ ਸਾਹਮਣੇ ਆਈਆਂ ਕਿ ਉਹ ਕਿਤੇ ਮਾਲਾਂ 'ਚ ਜਾ ਕੇ, ਜਿਹੜੇ ਸ਼ੋਪਿੰਗ ਮਾਲ ਹੈਗੇ ਆ, ਉੱਥੇ ਜਾ ਕੇ ਤੋੜ ਭੰਨ ਕਰ ਰਹੇ ਸੀ। ਕਿਤੇ ਜਾ ਕੇ ਸਕੂਲ ਵਾਲਿਆਂ ਨੂੰ ਧਮਕਾ ਰਹੇ ਸੀਗੇ ਕਿ ਤੁਸੀਂ ਕ੍ਰਿਸਮਸ ਨਹੀਂ ਮਨਾਓਗੇ, ਤੇ ਕਿਤੇ ਜਾ ਕੇ ਉਹ ਚਰਚਾਂ ਦੇ ਸਾਹਮਣੇ ਹਨੂੰਮਾਨ ਚਾਲੀਸਾ ਦਾ ਪਾਠ ਕਰ ਰਹੇ ਸੀਗੇ। ਜੀ, ਬਿਲਕੁਲ ਸਹੀ ਕਿਹਾ ਕਿ ਇਹ ਕਿਹੋ ਜਿਹਾ ਕ੍ਰਿਸਮਸ ਦਾ ਤਿਉਹਾਰ ਸੀਗਾ ਜਿੱਥੇ ਇੱਕੋ ਵਿਚਾਰਧਾਰਾ ਦੇ ਜਿਹੜੇ ਦੋ ਰੂਪ ਆਪਾਂ ਨੂੰ ਦੇਖਣ ਨੂੰ ਮਿਲੇ। ਜਿਹੜੇ ਜੀ, ਉਹਨਾਂ ਦੇ ਆਗੂ ਸੀਗੇ, ਉਹ ਤਾਂ ਚਰਚਾਂ 'ਚ ਜਾ ਕੇ ਆਪਣੇ ਆਪ ਨੂੰ ਕਹਿ ਲਈਏ ਕਿ ਸੈਕੂਲਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਕਿ ਦੇਖੋ ਅਸੀਂ ਤਾਂ ਮਾਈਨੋਰਟੀਜ਼ ਦੇ ਤਿਉਹਾਰਾਂ ਨੂੰ ਵੀ ਮਨਾਉਂਦੇ ਹੈਗੇ ਆ। ਤੇ ਦੂਜੇ ਪਾਸੇ ਉਹਨਾਂ ਦੇ ਜਿਹੜੇ ਕਾਰਜਕਰਤਾ ਹੈਗੇ, ਜਿਹੜੀ ਉਹਨਾਂ ਦੀ ਗਰਾਊਂਡ ਫੋਰਸ ਹੈਗੀ ਆ, ਉਹ ਉਹਨਾਂ ਮਾਈਨੋਰਟੀਜ਼ ਨੂੰ ਜਾ ਕੇ, ਜਿਨ੍ਹਾਂ ਦਾ ਤਿਉਹਾਰ ਸੀਗਾ, ਉਹਨਾਂ ਨੂੰ ਹੀ ਜਾ ਕੇ ਟੈਰੀਫਾਈ ਕਰ ਰਹੀ ਸੀਗੀ। ਉਹਨਾਂ ਜੀ। 'ਚ ਦਹਿਸ਼ਤ ਫੈਲਾ ਰਹੀ ਸੀ। ਤੇ ਹੂੰ, ਦਹਿਸ਼ਤ ਵੀ ਉਹਨਾਂ ਦੇ ਤਿਉਹਾਰਾਂ, ਉਹਨਾਂ ਦਾ ਤਿਉਹਾਰ ਦਾ ਜਿਹੜਾ ਸੈਲੀਬ੍ਰੇਸ਼ਨ ਸੀ, ਉਹਨੂੰ ਤੋੜ ਭੰਨ ਕਰਕੇ ਉੱਥੇ ਹਨੂੰਮਾਨ ਚਾਲੀਸਾ ਦਾ ਪਾਠ ਕਰਕੇ, ਉੱਥੇ ਉਹਨਾਂ ਦੇ ਜਿਹੜੇ ਇਸ ਤਿਉਹਾਰ ਨਾਲ ਰਿਲੇਟਿਡ ਜਿਹੜੇ ਸਿੰਬਲ ਨੇ, ਭਾਵੇਂ ਸੈਂਟਾ ਕਲੌਜ ਹੋਵੇ ਜਾਂ ਫਿਰ ਕ੍ਰਿਸਮਸ ਟਰੀ ਹੋਵੇ, ਉਹਦਾ ਮਜ਼ਾਕ ਬਣਾ ਕੇ, ਉਹਦੀ ਬੇਅਦਬੀ ਕਰਕੇ, ਉਸ ਹਿਸਾਬ ਨਾਲ ਜੇ ਕਹਿਣਾ ਹੋਵੇ ਤਾਂ ਮਤਲਬ ਇੱਕ ਪੂਰਾ ਉਹ ਆਪਾਂ ਨੂੰ ਦੇਖਣ ਨੂੰ ਮਿਲਿਆ ਕਿ ਇਹ ਇੱਕੋ ਵਿਚਾਰਧਾਰਾ ਦੇ ਦੋ ਰੂਪ ਨੇ। ਆਗੂ ਕੁਛ ਕਰ ਰਹੇ ਨੇ ਤੇ ਵਰਕਰ ਕੁਛ ਹੋਰ ਕਰ ਰਹੇ ਨੇ। ਹੁਣ ਜੇ ਇਸ ਨੂੰ ਆਪਾਂ ਪੋਲੀਟੀਕਲੀ ਦੇਖਾਂਗੇ ਤਾਂ ਕਹਿਣ ਦਾ ਭਾਵ ਇਹ ਹੈ ਕਿ ਕੀ ਜਿਹੜਾ ਜ਼ਹਿਰ ਦਾ ਟੀਕਾ ਇਸ ਆਈਡੀਓਲੋਜੀ ਨੇ ਲਾਇਆ ਸੀਗਾ, ਕਿ ਉਹ ਏਡਾ ਜ਼ਿਆਦਾ ਹੋ ਗਿਆ ਹੈਗਾ ਕਿ ਉਹ ਆਪਣੇ ਲੀਡਰਾਂ ਨੂੰ ਵੀ ਫੋਲੋ ਕਰਨ ਤੋਂ ਬਾਹਰ ਹੋ ਗਏ ਹੈਗੇ ਆ। ਕਈ ਵਾਰ ਅਕਸਰ ਮੇਰੇ ਦੋਸਤ ਕਹਿੰਦੇ ਹੁੰਦੇ ਆ, ਜਿਹੜੇ ਪੋਲੀਟੀਕਲ ਸਾਇੰਸ 'ਚ ਖਾਸਕਰ ਪੋਲੀਟੀਕਲ ਸਾਈਕੋਲੋਜੀ 'ਚ ਕੰਮ ਕਰਦੇ ਨੇ, ਉਹ ਇਹ ਕਹਿੰਦੇ ਨੇ ਕਿ ਬੇਸਿਕਲੀ ਬੀਜੇਪੀ ਨੇ, ਭਾਜਪਾ ਨੇ ਇੰਨਾ ਐਗਰੈਸਿਵ, ਜਿਹੜਾ ਆਪਾਂ ਕਹਿ ਲਈਏ ਕਿ ਨਫ਼ਰਤੀ ਪ੍ਰਚਾਰ ਕਰਤਾ ਕਿ ਜੇ ਹੁਣ ਆਪ ਮੋਦੀ ਵੀ ਆ ਕੇ ਕਹਿ ਦੇ ਨਾ ਬਾਈ ਕਿ ਮੁਸਲਮਾਨਾਂ ਨੂੰ ਤੰਗ ਨਾ ਕਰੋ, ਜਾ ਕੇ ਉਹਨਾਂ ਦੇ ਮਸਜਿਦਾਂ ਤੇ ਜਾ ਕੇ ਤੁਸੀਂ ਇਹ ਭਗਵੇ ਧਵਜ ਨਾ ਜੀ, ਫਹਿਰਾਓ, ਤੇ ਤੁਸੀਂ ਹਰ ਮਸਜਿਦ ਦੇ ਥੱਲੇ ਮੰਦਿਰ ਲੱਭਣਾ ਬੰਦ ਕਰੋ ਜੀ, ਜਾਂ ਫਿਰ ਜਿਹੜਾ ਕ੍ਰਿਸਮਸ ਤਿਉਹਾਰ ਹੈ, ਕ੍ਰਿਸਚਨਾਂ ਦੇ ਜਿਹੜੇ ਤਿਉਹਾਰ ਨੇ, ਜੀ, ਉੱਥੇ ਜਾ ਕੇ ਉਹਨਾਂ ਨੂੰ ਤੰਗ ਨਾ ਕਰੋ, ਤਾਂ ਵੀ ਉਹ ਨਹੀਂ ਰੁਕਣਗੇ। ਉਹਨਾਂ 'ਚ ਜਿਹੜਾ ਜ਼ਹਿਰ ਦਾ ਟੀਕਾ ਗਾ, ਉਹ ਇੰਨਾ ਜ਼ਿਆਦਾ ਅਸਰ ਕਰ ਚੁੱਕਿਆ ਗਿਆ, ਯਾਨੀ ਕਿ ਉਹ ਬੇਪਰਵਾਹ ਹੋ ਚੁੱਕੇ ਨੇ, ਆਪਣੀ ਲੀਡਰਸ਼ਿਪ ਤੋਂ ਵੀ ਇੰਨੇ ਕੱਟ ਚੁੱਕੇ ਨੇ। ਤਾਂ ਇੱਕ ਐਨਾਲਿਸਿਸ ਇਹ ਹੈ, ਠੀਕ ਹੈ। ਦੂਜਾ ਐਨਾਲਿਸਿਸ ਜਿਹੜਾ ਜਿਹਦੇ ਤੇ ਮੈਂ ਜ਼ਿਆਦਾ ਯਕੀਨ ਕਰਦਾ ਹਾਂ, ਉਹ ਜੀ, ਕਿਉਂਕਿ ਮੈਂ ਉਹਨੂੰ ਪ੍ਰੈਕਟੀਕਲੀ ਦੇਖਦਾ ਹਾਂ, ਮੈਂ ਇਲੈਕਟੋਰਲ ਪੋਲਿਟਿਕਸ ਵੀ ਕਵਰ ਕਰਦਾ ਹਾਂ। ਜੀ, ਪ੍ਰੋਫੈਸਰ ਅਪੂਰਾਨੰਦ ਹੈਗੇ ਦਿੱਲੀ ਯੂਨੀਵਰਸਿਟੀ ਦੇ, ਉਹ ਇਹ ਆਰਗੂ ਕਰਦੇ ਨੇ ਕਿ ਨਰਿੰਦਰ ਮੋਦੀ ਜਦੋਂ ਕੋਈ ਚੋਣ ਨਹੀਂ ਹੋ ਰਿਹਾ ਹੁੰਦਾ, ਉਦੋਂ ਉਹ ਸੈਕੂਲਰ ਹੁੰਦੇ ਹੈਗੇ ਆ। ਉਹ ਚਾਹੇ ਮੁਸਲਮਾਨਾਂ ਦਾ ਤਿਉਹਾਰ ਆ ਜਾਵੇ, ਉਹ ਈਦਗਾਹ ਤੇ ਜਾ ਕੇ ਚਾਦਰ ਭੇਜਣਗੇ, ਠੀਕ ਹੈ। ਜੀ, ਜੇ ਸਿੱਖਾਂ ਦਾ ਤਿਉਹਾਰ ਆ ਜਾਵੇ, ਉੱਥੇ ਉਹ ਪੱਗ ਬੰਨ੍ਹ ਕੇ ਸ਼ਰੀਕ ਹੋ ਜਾਣਗੇ। ਜੇ ਤਿਉਹਾਰ ਕ੍ਰਿਸਚਨਾਂ ਦਾ ਹੈਗਾ, ਜਿਵੇਂ ਹੁਣ ਸੀਗਾ, ਤੇ ਉਹ ਜਾ ਕੇ ਚਰਚ 'ਚ ਹੀ ਵੜ ਜਾਣਗੇ। ਤਾਂ ਉਹ ਸਾਰਾ ਕੁਛ ਕਰਨਗੇ। ਜੇ ਗਲਤੀ ਨਾਲ ਇਲੈਕਸ਼ਨ ਹੋਵੇ
ਤਾਂ ਫਿਰ ਉਹਨਾਂ ਦੀ ਅਤੇ ਉਹਨਾਂ ਦੇ ਕਾਰਜਕਰਤਾਵਾਂ ਦੀ ਲੈਂਗੁਏਜ 'ਚ ਕੋਈ ਫ਼ਰਕ ਨਹੀਂ ਹੁੰਦਾ। ਜੀ, ਉਹ ਮੈਨੂੰ ਅਕਸਰ ਇਸ ਬਾਰੇ ਜਦੋਂ ਸਾਡੀ ਗੱਲ ਹੁੰਦੀ ਹੈ ਤਾਂ ਉਹ ਮੈਨੂੰ ਚਿੰਨ੍ਹਿਤ ਵੀ ਕਰਦੇ ਹੈਗੇ ਆ। ਹੂੰ, ਉਹ ਕਹਿੰਦੇ ਕਿ ਨਰਿੰਦਰ ਮੋਦੀ ਅਤੇ ਉਹਨਾਂ ਦੇ ਕਾਰਜਕਰਤਾਵਾਂ ਦੀ ਜਿਹੜੀ ਲੈਂਗੁਏਜ ਹੈ, ਉਹ ਸਿਰਫ਼ ਇੱਕੋ ਟਾਈਮ ਇੱਕੋ ਜਿਹੀ ਹੁੰਦੀ ਹੈ, ਉਹ ਹੈ ਇਲੈਕਸ਼ਨਾਂ ਦੇ ਟਾਈਮ। ਜਦੋਂ ਨੋਰਮਲ ਡੇਜ਼ 'ਚ ਹੁੰਦੇ ਨੇ ਨਰਿੰਦਰ ਮੋਦੀ ਨੂੰ, ਉਦੋਂ ਉਹ ਆਪਣੇ ਆਪ ਨੂੰ ਸੈਕੂਲਰ ਦਿਖਾਉਂਦੇ ਨੇ ਦੁਨੀਆ ਭਰ 'ਚ, ਤਾਂ ਕਿ ਜਿਹੜੇ ਲਿਬਰਲ ਮੀਡੀਆ ਦੇ ਅਦਾਰੇ ਨੇ, ਉਹਨਾਂ ਦੇ ਖਿਲਾਫ ਉਹਨਾਂ ਨੂੰ ਕ੍ਰਿਮੀਨਲ ਪੋਰਟਰੇ ਨਾ ਕਰਨ, ਉਹਨਾਂ ਨੂੰ ਵੱਖਵਾਦੀ ਪੋਰਟਰੇ ਨਾ ਕਰਨ, ਉਹਨਾਂ ਨੂੰ ਆਪਾਂ ਕਹਿ ਲਈਏ ਕਿ ਫਿਰਕਾਪ੍ਰਸਤ ਪੋਰਟਰੇ ਨਾ ਕਰਨ, ਉਹਨਾਂ ਨੂੰ ਮਾਈਨੋਰਿਟੀ ਦੀ ਕਿਲਿੰਗ ਕਰਨ ਵਾਲਾ ਪੋਰਟਰੇ ਨਾ ਕਰਨ। ਇਸ ਕਰਕੇ ਉਹ ਆਪਣਾ ਲਿਬਰਲ ਜਿਹਾ ਚਿਹਰਾ ਬਣਾਉਣ ਦੀ ਕੋਸ਼ਿਸ਼ ਕਰਦੇ ਨੇ। ਤਾਂ ਮੈਂ ਇਹ ਦੂਜੇ ਵਾਲੇ ਐਨਾਲਿਸਿਸ ਤੇ ਜ਼ਿਆਦਾ ਯਕੀਨ ਰੱਖਦਾ ਗਾ, ਜਿਹੜਾ ਜੀ, ਪ੍ਰੋਫੈਸਰ ਪੂਰਨੰਦ ਹੋਰਾਂ ਦਾ ਹੈਗਾ। ਤੁਸੀਂ ਮਤਲਬ ਜੇ ਮੌਕੇ ਤੇ ਵੀ ਐਗਜ਼ਾਮਪਲ ਲੈਣਾ ਹੋਵੇ, ਪੱਛਮ ਬੰਗਾਲ 'ਚ ਜਿਹੜੀ ਨਰਿੰਦਰ ਮੋਦੀ ਭਾਸ਼ਾ ਬੋਲ ਕੇ ਆਏ ਸੀਗੇ ਕੁਛ ਦਿਨ ਪਹਿਲਾਂ, ਜੀ, ਉਹ ਸੇਮ ਉਹੀ ਲੈਂਗੁਏਜ ਸੀਗੀ ਜਿਹੜੇ ਕਿ ਆਪਾਂ ਕਹਿ ਲਈਏ ਕਿ ਉਹਨਾਂ ਦੇ ਕਾਰਜਕਰਤਾ ਬੋਲਦੇ ਨੇ। ਉੱਥੇ ਜਾ ਕੇ ਉਹਨਾਂ ਨੇ ਕੀ ਕਿਹਾ ਕਿ ਘੁਸਪੈਠੀਏ, ਉੱਥੇ ਉਹਨਾਂ ਨੇ ਮਾਈਨੋਰਿਟੀ ਤੇ ਸਾਫ਼ ਹਮਲਾ ਕੀਤਾ, ਜੀ, ਠੀਕ ਹੈ, ਹਨਾ? ਤੇ ਉਹ ਜੀ, ਉੱਥੇ ਤਾਂ ਲੈਂਗੁਏਜ ਸੇਮ ਸੀਗੀ, ਮਾਈਨੋਰਿਟੀਜ਼ ਦੇ ਉਲਟ ਜ਼ਹਿਰ ਉਗਲ ਕੇ ਆਏ, ਠੀਕ ਹੈ। ਜੀ, ਜਿਵੇਂ ਹੀ ਉਹ ਦਿੱਲੀ ਆਏ, ਦਿੱਲੀ ਦਾ ਕੋਈ ਚੋਣ ਨਹੀਂ ਹੋ ਰਿਹਾ, ਉਹ ਚਰਚ 'ਚ ਫਿਰ ਕ੍ਰਿਸਮਸ ਸੈਲੀਬ੍ਰੇਟ ਕਰਨ ਚਲੇ ਗਏ। ਮੇਰੀ ਗੱਲ ਸਮਝ ਰਹੇ ਹੋ ਤੁਸੀਂ? ਜੀ, ਤਾਂ ਬਿल्कुल। ਇਹ ਹੈਗਾ, ਮਤਲਬ ਇਹ ਹਕੀਕਤ ਹੈ। ਤਾਂ ਖੈਰ ਇਹ ਬੜਾ ਜਿਹੜੀ ਪਹਿਲੀ ਖਬਰ ਆਪਾਂ ਲਈ ਹੈ, ਬਹੁਤ ਸੋਚਣ ਵਾਲੀ ਗੱਲ ਹੈ ਕਿ ਇੱਕੋ ਤਿਉਹਾਰ ਹੈਗਾ ਤੇ ਇੱਕੋ ਆਈਡੀਓਲੋਜੀ ਦੇ 2 ਧੜੇ ਨੇ। ਇੱਕ ਉਹਨਾਂ ਦੀ ਲੀਡਰਸ਼ਿਪ ਚਰਚਾਂ 'ਚ ਗਈ, ਠੀਕ ਹੈ, हुँ, ਉੱਥੇ ਜਾ ਕੇ ਉਹਨਾਂ ਨੇ ਕ੍ਰਿਸਮਸ ਮਨਾਇਆ ਤੇ ਉਹਨਾਂ ਦੇ ਜਿਹੜੇ जी, ਕਾਰਜਕਰਤਾ ਹੈਗੇ ਆ, ਉਹ ਉਸੇ ਕ੍ਰਿਸਚੀਅਨ ਕਮਿਊਨਿਟੀ 'ਚ ਦਹਿਸ਼ਤ ਫੈਲਾਉਣ ਵਾਸਤੇ ਗਏ, ਉਹਨਾਂ ਦੇ ਤਿਉਹਾਰ ਨੂੰ ਭੰਗ ਕੀਤਾ, ਉਹਦੇ ਮਾਨ ਮਰਿਆਦਾ ਉਹਦੀਆਂ ਧੱਜੀਆਂ ਉਡਾਈਆਂ। ਜੀ। ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਆਪਾਂ ਕੱਲ੍ਹ ਵੀ ਇਸ ਖਬਰ ਤੇ ਤੁਸੀਂ ਚਾਨਣਾ ਪਾਇਆ ਸੀ ਕਿ ਹਾਈ ਕੋਰਟ ਏਅਰ ਪਿਊਰੀਫਾਇਰ ਦੇ ਉੱਪਰ ਲੱਗ ਰਿਹਾ 18% ਜੀਐਸਟੀ ਦੀ ਖਾਸ ਤੌਰ ਤੇ ਗੱਲ ਕਰ ਰਿਹਾ ਹੈ। ਉਹ ਚੁੱਭ ਰਿਹਾ ਹੈ ਉਹ ਜੀਐਸਟੀ, ਕਿਉਂਕਿ ਇਸ ਸਮੇਂ ਜਿਸ ਤਰੀਕੇ ਦਾ ਪੋਲਿਊਸ਼ਨ ਦਿੱਲੀ ਦੇ ਵਿੱਚ ਫੈਲਿਆ ਹੋਇਆ ਹੈ, ਉਹਦੇ ਲਈ ਜ਼ਰੂਰੀ ਹੋ ਜਾਂਦਾ ਹੈ ਇਹ ਏਅਰ ਪਿਊਰੀਫਾਇਰ। ਤੇ ਇਸ ਦੇ ਮੋੜਵੇਂ ਜਵਾਬ ਦੇ ਵਿੱਚ ਹੁਣ ਕੇਂਦਰ ਨੇ ਕੁਝ ਆਖਿਆ ਹੈ ਜੀ, ਕੀ ਨੇ ਉਹਨਾਂ ਦੇ ਸ਼ਬਦ? ਦੇਖੋ ਦਿੱਲੀ ਦਾ ਜਿਹੜਾ ਪੋਲਿਊਸ਼ਨ ਹੈ, ਉਹਦੇ ਬਾਰੇ ਲਗਾਤਾਰ ਆਪਾਂ ਪਿਛਲੇ 2.5 ਮਹੀਨਿਆਂ ਤੋਂ ਗੱਲ ਕਰ ਰਹੇ ਹਾਂ। ਲਗਭਗ ਹਰ ਬੁਲੇਟਿਨ 'ਚ ਆਪਣੀ ਖਬਰ ਹੁੰਦੀ ਹੈ। हुँ, ਹੁਣ ਇੱਕ ਬੰਦੇ ਨੇ ਪਟੀਸ਼ਨ ਪਾਈ ਸੀ ਕਿ ਜਿਹੜਾ ਏਅਰ ਪਿਊਰੀਫਾਇਰ ਹੈ, ਉਹ ਲਗਜ਼ਰੀ ਆਈਟਮ ਬਣ ਚੁੱਕਿਆ ਹੈਗਾ। ਉਹ ਸਿਰਫ਼ ਕੁਛ ਚੰਦ ਅਮੀਰਾਂ ਦੇ ਘਰਾਂ 'ਚ ਤਾਂ ਹੁੰਦਾ ਹੈਗਾ, ਗਰੀਬਾਂ ਦੇ ਘਰਾਂ 'ਚ ਨਹੀਂ ਹੁੰਦਾ, ਕਿਉਂਕਿ ਉਹਦੀ ਕੀਮਤਾਂ ਮਹਿੰਗੀਆਂ ਨੇ ਤੇ ਉਹਦਾ ਇੱਕ ਕਾਰਨ ਜੀਐਸਟੀ ਉਹਨੇ ਦੱਸਿਆ ਸੀਗਾ, 18% ਜੀਐਸਟੀ। ਤੇ ਹਾਈ ਕੋਰਟ ਨੇ ਪੁੱਛ ਲਿਆ ਫਿਰ ਕੇਂਦਰ ਸਰਕਾਰ ਨੂੰ, ਦੱਸੋ ਤੁਸੀਂ ਇਹਨੂੰ ਲਗਜ਼ਰੀ ਆਈਟਮ ਕਿਉਂ ਬਣਾ ਰਹੇ ਹੋ? ਜਦੋਂ ਕਲਾਈਮੇਟ ਐਮਰਜੈਂਸੀ ਹੈ, ਉਸ ਹਿਸਾਬ ਨਾਲ ਦੇਖੋਗੇ ਤਾਂ ਇਹ ਐਸੈਂਸ਼ੀਅਲ ਕਮੋਡਿਟੀ ਬਣੀ ਹੋਈ ਹੈ। ਯਾਨੀ ਕਿ ਇਹ ਤਾਂ ਹਰ ਕਿਸੇ ਦੀ ਲੋੜ ਬਣੀ ਹੋਈ ਹੈ। ਹਰ ਕਿਸੇ ਦੀ ਜੇ ਕੋਈ ਚੀਜ਼ ਲੋੜ ਬਣੀ ਹੋਈ ਹੈ, ਤਾਂ ਫਿਰ ਤੁਸੀਂ ਉਹ ਤੇ 18% ਲਗਜ਼ਰੀਅਸ ਟੈਕਸ ਕਿਵੇਂ ਲਾ ਸਕਦੇ ਹੋ? ਉਹਦੇ ਤੇ ਅੱਜ ਕੇਂਦਰ ਸਰਕਾਰ ਨੇ ਜਵਾਬ ਦਾਖਲ ਕੀਤਾ ਹੈ। ਜਿਹੜੇ ਕੇਂਦਰ ਸਰਕਾਰ ਦੇ ਵਕੀਲ ਸੀਗੇ, ਉਹਨਾਂ ਨੇ ਕਿਹਾ ਕਿ ਦੇਖੋ ਇਹ ਜਿਹੜੀ ਪਟੀਸ਼ਨ ਹੈ, ਕੋਈ ਆਮ ਲੋਕਾਂ ਦੀ ਭਲਾਈ ਵਾਸਤੇ ਨਹੀਂ ਲਾਈ ਗਈ। ਇਹ ਤਾਂ ਏਅਰ जी, ਪਿਊਰੀਫਾਇਰ ਬਣਾਉਣ ਵਾਲੀ ਕੰਪਨੀਆਂ ਨੇ ਲਾਈ ਹੈ, ਤਾਂ ਕਿ ਉਹ ਮੋਨੋਪੋਲੀ ਚਾਹੁੰਦੇ ਨੇ ਮਾਰਕੀਟ 'ਚ। ਹੁਣ ਇੱਕ ਗੱਲ ਇਹ ਹੈ ਕਿ ਕੀ ਏਅਰ ਪਿਊਰੀਫਾਇਰ ਹਵਾ ਸਾਫ਼ ਕਰਦਾ ਗਾ? ਉਹਦੇ 'ਚ जी, ਆਪਾਂ ਨੂੰ ਪਤਾ ਕਿ ਬਹੁਤ ਸਾਰੀਆਂ ਸੋਧਾਂ ਨੇ, ਬਹੁਤ ਸਾਰੀਆਂ ਗੱਲਾਂ ਇਹਦੇ ਤੇ ਹੋਈਆਂ ਨੇ ਕਿ ਘੱਟੋ-ਘੱਟ ਜੇ ਛੋਟਾ ਕਮਰਾ ਹੋਵੇ ਤਾਂ ਉਹਦੇ ਤੇ ਉਹ ਵਰਕ ਕਰਦਾ ਗਾ, ਠੀਕ ਹੈ। जी, ਉਹਦੇ ਤੇ ਉਹ 50% ਤੱਕ ਅਸਰ ਉਹਦਾ ਦੇਖਣ ਨੂੰ ਮਿਲਦਾ ਗਾ, ਠੀਕ ਹੈ। ਇਹ ਗੱਲ ਹੋ ਗਈ। ਦੂਜਾ, ਜੇ ਮਤਲਬ ਬਾਹਰ ਬੰਦੇ ਨਹੀਂ ਜਾ ਰਹੇ, ਬੱਚਿਆਂ ਨੂੰ ਤੁਸੀਂ ਆਨਲਾਈਨ ਕਲਾਸਾਂ ਕਹਿ ਰਹੇ ਹੋ ਕਿ ਆਨਲਾਈਨ ਪੜ੍ਹ ਲੈਣਗੇ, 50% ਵਰਕਫੋਰਸ ਤੁਸੀਂ ਨੂੰ ਇਹ ਆਰਡਰ ਦੇ ਦਿੱਤਾ ਕਿ ਵਰਕ ਫਰੋਮ ਹੋਮ ਕਰਨ, ਤੇ ਉਹਦਾ ਫ਼ਰਕ ਤਾਂ ਹੀ ਦਿਖੂਗਾ ਨਾ, ਜੇ ਕਮਰੇ ਦੀ ਜਿਹੜੀ ਹਵਾ ਉਹ ਵੀ ਸਾਫ਼ ਹੋਊਗੀ, ਤਾਂ ਉਹਦਾ ਫਾਇਦਾ ਹੋਣਾ ਗਾ ਉਸ ਬੱਚੇ ਨੂੰ ਵੀ ਤੇ ਉਸ ਐਂਪਲੋਈ ਨੂੰ ਵੀ। ਤਾਂ ਫਿਰ ਏਅਰ ਪਿਊਰੀਫਾਇਰ ਹੋਣਾ ਚਾਹੀਦਾ। ਤੇ ਪਟੀਸ਼ਨ जी, ਕਰਤਾ ਮੈਨੂੰ ਨਹੀਂ ਲੱਗ ਰਿਹਾ ਕਿ ਕਿਤੇ ਕਿਸੇ ਵੀ ਐਂਗਲ ਤੇ ਗਲਤ ਹੈਗਾ। ਸਰਕਾਰ ਹੀ ਪਤਾ ਨਹੀਂ ਇਹਨੂੰ ਕਿਉਂ ਲਗਜ਼ਰੀ ਬਣਾ ਕੇ ਰੱਖਣਾ ਚਾਹੁੰਦੀ ਹੈ। ਓਦਾਂ ਮਤਲਬ ਦਿੱਲੀ ਏਅਰ ਪੋਲਿਊਸ਼ਨ ਤੇ ਆਪਾਂ ਗੱਲ ਕਰ ਰਹੇ ਹਾਂ। ਅੱਜ ਮੈਂ ਡਾਕਟਰਾਂ ਦੀ ਇੱਕ ਰਿਪੋਰਟ ਦੇਖ ਰਿਹਾ ਸੀ। ਡਾਕਟਰ ਇਹ ਦਾਅਵਾ ਕਰ ਰਹੇ ਹੈਗੇ ਆ ਕਿ ਜਿਹੜਾ ਦਿੱਲੀ ਦਾ ਏਅਰ ਪੋਲਿਊਸ਼ਨ ਹੈ, ਉਹ जी, ਆਫਟਰ ਕੋਰੋਨਾ, ਕੋਵਿਡ ਤੋਂ ਬਾਅਦ ਉਹ ਦੂਜੀ ਸਭ ਤੋਂ ਵੱਡੀ ਮਹਾਮਾਰੀ ਬਣਿਆ ਹੋਇਆ ਗਾ। ਅ जी, ਅ, ਉਹਨਾਂ ਦਾ ਇਹ ਦਾਅਵਾ ਸੀਗਾ ਕਿ ਫੇਫੜਿਆਂ ਦੇ ਰੋਗ, ਦਿਲ ਦੇ ਦੌਰੇ, ਦਿਲ ਦੀ ਬਿਮਾਰੀਆਂ, ਇਹ ਕਾਫ਼ੀ ਇਸ ਕਿਸਮ ਦੇ ਕੇਸ ਵਧੇ ਨੇ।
ਉਹਨਾਂ ਨੇ ਇਹ ਵੀ ਦਾਅਵਾ ਕੀਤਾ ਕਿ ਹੁਣ ਖਾਸੇ ਲੇਟ ਹੋ ਚੁੱਕੇ ਹਾਂ ਆਪਾਂ ਇਸ ਦਾ ਕੋਈ ਹੱਲ ਲੱਭਣ 'ਚ। ਇਹਦੇ 'ਚ ਪੂਰਾ ਜਿਵੇਂ ਆਪਾਂ ਕਹਿ ਲਈਏ ਕਿ ਕਈ ਸਾਰੀ ਰਿਪੋਰਟਾਂ ਨੇ ਇੰਗਲੈਂਡ ਦੇ ਲਿਵਰਪੂਲ ਦੇ ਵਿੱਚ ਇਹ ਸਟੱਡੀ ਵੀ ਹੋਈ ਹੈਗੀ ਆ ਸਾਰੀ, ਉੱਥੋਂ ਦੀ ਟੀਮ ਇੱਥੇ ਆਈ ਸੀਗੀ। ਸਾਰਾ ਮਤਲਬ ਈਵਨ ਜਿਹੜਾ ਬਰਮਿੰਘਮ ਦਾ ਮਿਡਲੈਂਡ ਮੈਟਰੋਪੋਲੀਟਨ ਯੂਨੀਵਰਸਿਟੀ ਹਸਪੀਟਲ ਹੈ, ਉਹਦੇ 'ਚ ਵੀ ਜਿਹੜੇ ਪ੍ਰੋਫੈਸਰ ਡੈਰੇਕ ਕਨੋਲੀ ਨੇ, ਉਹਨਾਂ ਨੇ ਵੀ ਇਸ ਸਾਰੇ ਮੈਟਰ ਨੂੰ ਸਟੱਡੀ ਕੀਤਾ। ਉਹਨਾਂ ਦਾ ਵੀ ਇਹੀ ਕਹਿਣਾ ਹੈਗਾ ਕਿ ਦੇਖੋ, ਅਸਥਮੈਟਿਕ ਫੇਫੜਿਆਂ ਨੂੰ ਲੈ ਕੇ ਫੇਫੜਿਆਂ 'ਚ ਇਨਫੈਕਸ਼ਨ ਤੱਕ ਦਾ ਮਾਮਲਾ, ਦਿਲ ਦੇ ਦੌਰੇ, ਇਹ ਸਾਰੇ ਕੇਸ ਵਧੇ ਨੇ ਤੇ ਇਹ ਜੀ। ਬੇਸਿਕਲੀ ਪੋਲਿਊਸ਼ਨ ਕਰਕੇ ਹੀ ਵਧੇ ਨੇ। ਹਾਲਾਂਕਿ ਭਾਰਤ ਸਰਕਾਰ ਕਹਿ ਰਹੀ ਹੈ ਕਿ ਨਹੀਂ ਪੋਲਿਊਸ਼ਨ ਇੰਨਾ ਨਹੀਂ ਹੈ, ਤਾਂ ਬਾਹਰਲੇ ਕਹਿ ਰਹੇ ਨੇ। ਬਹੁਤ ਮਤਲਬ ਇਹਦੇ ਖਿਲਾਫ ਆਪਾਂ ਕਹਿ ਲਈਏ ਕਿ ਇਹਨੂੰ ਡਿਫੈਂਡ ਕਰਨ ਦੀ ਕੋਸ਼ਿਸ਼ ਭਾਰਤ ਸਰਕਾਰ ਕਰ ਰਹੀ ਹੈ। ਪਰ ਹਾਲਾਤ ਆਪਾਂ ਨੂੰ ਵੀ ਪਤਾ ਹੈ ਕਿ ਦਿੱਲੀ, ਐਨਸੀਆਰ, ਉਹ ਜਿਹੜਾ ਸਾਰਾ ਇਲਾਕਾ ਹੈਗਾ, ਉੱਥੇ ਕਲਾਈਮੇਟ ਐਮਰਜੈਂਸੀ ਲੱਗੀ ਹੋਈ ਹੈ। ਈਵਨ ਜਿਹੜੇ ਏਅਰ ਪਿਊਰੀਫਾਇਰ ਨੇ ਜਾਂ ਫਿਰ ਏਅਰ ਸਟੇਸ਼ਨ ਨੇ, ਜਿਹੜੇ ਕਿ AQI ਦੱਸਦੇ ਨੇ, ਏਅਰ ਕੁਆਲਿਟੀ ਇੰਡੈਕਸ ਦੱਸਦੇ ਨੇ, ਉਹ ਵੀ ਸਹੀ ਤਰੀਕੇ ਨਾਲ ਵਰਕ ਨਹੀਂ ਕੀਤੇ ਕਰ ਰਹੇ, ਤਾਂ ਕਿ ਅਸਲ ਜਿਹੜਾ ਜਿੰਨੀ ਹਵਾ ਖਰਾਬ ਹੈ ਉਹ ਪਤਾ ਨਾ ਲੱਗ ਸਕੇ। ਮੈਂ ਦਿੱਲੀ ਸੀਗਾ 2 ਦਿਨ ਤੇ ਲਗਾਤਾਰ ਉੱਥੇ ਇਹੀ ਗੱਲ ਹਰ ਕਿਸੇ ਤੁਸੀਂ ਕਿਸੇ ਪਾਰਟੀ 'ਚ ਚਲੇ ਜਾਓ ਕ੍ਰਿਸਮਸ ਦੀ, ਜਾਂ ਕਿਸੇ ਪੱਤਰਕਾਰਾਂ ਦੀ ਪਾਰਟੀ 'ਚ ਚਲੇ ਜਾਓ, ਜਾਂ ਕਿਤੇ ਵਕੀਲਾਂ ਨਾਲ ਰਾਬਤਾ ਰੱਖ ਲਓ, ਸਾਰੇ ਕਿਤੇ ਉਹ ਇੱਕੋ ਗੱਲ ਕਹਿੰਦੇ ਸੀਗੇ ਕਿ ਯਾਰ ਹਵਾ ਨੇ ਤਾਂ ਔਖਾ ਕਰ ਰੱਖਿਆ ਹੈਗਾ, ਸਾਹ ਲੈਣਾ ਖਾਸਾ ਔਖਾ ਹੈਗਾ ਤੇ ਲੋਕ ਸਫ਼ਰ ਵੀ ਕਰ ਰਹੇ ਨੇ। ਜਿਵੇਂ ਕੋਰੋਨਾ ਮਹਾਮਾਰੀ 'ਚ ਤੁਸੀਂ ਮਾਸਕ ਦੇਖਦੇ ਸੀਗੇ, ਉਵੇਂ ਹੀ ਮਾਸਕ ਹੁਣ ਮੈਂ ਦਿੱਲੀ 'ਚ ਲੋਕਾਂ ਦੇ ਲਾਏ ਹੋਏ ਦੇਖੇ। ਮਤਲਬ ਮੈਂ ਦੇਖ ਰਿਹਾ ਸੀਗਾ ਕਿ ਮੈਟਰੋ ਰੇਲਾਂ ਹੋਣ ਜਾਂ ਫਿਰ ਪਬਲਿਕ ਟਰਾਂਸਪੋਰਟ ਹੋ ਜਾਂ ਪਬਲਿਕ ਸਪੇਸਿਸ ਹੋਣ, 50% ਦੇ ਨੇੜੇ-ਤੇੜੇ ਲੋਕਾਂ ਨੇ ਆਪਣੇ ਮੂੰਹਾਂ ਨੂੰ ਕਵਰ ਕੀਤਾ ਹੋਇਆ ਸੀ, ਮਾਸਕ ਲੱਗੇ ਹੋਏ ਸੀਗੇ ਤੇ ਸਾਫ਼ ਸਮਝ ਆ ਰਿਹਾ ਸੀਗਾ ਕਿ ਪੋਲਿਊਸ਼ਨ ਤੋਂ ਲੋਕ ਕਿੰਨੇ ਤ੍ਰਸਤ ਨੇ, ਪਰ ਸਰਕਾਰ ਇਹਦੇ ਤੇ ਕੁਛ ਕਰ ਨਹੀਂ ਰਹੀ। ਜੀ। ਇਸ ਤੋਂ ਅੱਗੇ ਜੇਕਰ ਚਲੀਏ ਤਾਂ ਮਦਰਾਸ ਹਾਈ ਕੋਰਟ ਜੋ ਕਹਿ ਰਹੀ ਹੈ, ਉਹ ਧਿਆਨ ਜ਼ਰੂਰ ਖਿੱਚਦਾ ਹੈ। ਮਦਰਾਸ ਹਾਈ ਕੋਰਟ ਵੱਲੋਂ ਕਿਹਾ ਗਿਆ ਕਿ ਭਾਰਤ 'ਚ ਬੱਚਿਆਂ ਦੇ ਲਈ ਸੋਸ਼ਲ ਮੀਡੀਆ ਬੈਨ ਹੋ ਜਾਵੇ। ਆਸਟ੍ਰੇਲੀਆ ਦੇ ਵਾਂਗ ਕਹਿੰਦੇ ਸਖਤ ਕਾਨੂੰਨ ਇਹ ਕਾਨੂੰਨਾਂ ਦੇ ਉੱਪਰ ਵਿਚਾਰ ਹੋਣੀ ਚਾਹੀਦੀ ਆ, ਸੁਝਾਅ ਦਿੱਤੇ ਜਾਣ। ਇਹ ਕਿਉਂ ਕਹਿਣਾ ਪਿਆ ਜੀ? ਵੈਸੇ ਤਾਂ ਗੱਲ 'ਚ ਦਮ ਤਾਂ ਹੈ ਵੀ ਕੁਝ ਹੀ ਤਾਂ ਗਾਈਡਲਾਈਨਸ ਹੋਣੀਆਂ ਚਾਹੀਦੀਆਂ ਨੇ, ਕੋਈ ਤਾਂ ਇੱਕ ਪ੍ਰੋਟੋਕਾਲ ਹੋਣਾ ਚਾਹੀਦਾ, ਖਾਸ ਤੌਰ ਤੇ ਛੋਟੇ ਬੱਚਿਆਂ ਦੇ ਲਈ, ਕਿਉਂਕਿ ਆਮ ਤੌਰ ਤੇ ਬੱਚਾ ਜਦੋਂ ਥੋੜਾ ਜਿਹਾ ਵੀ ਕੌਨਸ਼ੀਅਸ ਹੋਣਾ ਸ਼ੁਰੂ ਹੁੰਦਾ ਹੈ, ਅਸੀਂ ਉਸ ਨੂੰ ਫੋਨ ਦੇ ਕੇ ਰਝਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੰਦੇ ਆ ਵੀ ਭਾਈ ਕਿਸੇ ਤਰੀਕੇ ਬੱਚਾ ਚੁੱਪ ਰਹੇ, ਅਸੀਂ ਹੋਰ ਕੰਮ ਕਰ ਸਕੀਏ, ਬੱਚੇ ਨੂੰ ਜ਼ਿਆਦਾ ਚੱਕਣਾ ਨਾ ਪਵੇ। ਇਹ ਚੀਜ਼ਾਂ ਹੌਲੀ ਹੌਲੀ ਉਹਦੀ ਆਦਤ 'ਚ ਵੱਸ ਜਾਂਦੀਆਂ ਨੇ। ਕੀ ਕਹਿੰਦੇ ਹੋ? ਦੇਖੋ, ਇਹ ਮਦਰਾਸ ਹਾਈ ਕੋਰਟ ਦਾ ਮਾਮਲਾ ਗਾ ਤੇ ਉੱਥੇ ਹੂੰ। ਆਪਾਂ ਨੂੰ ਪਤਾ ਕਿ ਜਿਹੜੇ ਡਿਜੀਟਲ ਐਕਟਿਵਿਸਟ ਨੇ, ਜਿਹੜੇ ਕਿ ਡਿਜੀਟਲ ਟ੍ਰਾਂਸਪੇਰੈਂਸੀ ਵਾਸਤੇ ਕੰਮ ਕਰਦੇ ਨੇ, ਉਹਨਾਂ ਨੇ ਪਟੀਸ਼ਨ ਲਾਈ ਸੀ। ਉਹਨਾਂ ਨੇ ਦੇਖਿਆ ਸੀਗਾ ਕਿ ਇੱਕੋ ਲੱਖ ਤੇ ਜਿਹੜਾ 18 ਸਾਲ ਤੋਂ ਘੱਟ ਉਮਰ ਦੇ ਜਿਹੜੇ ਜਵਾਕ ਨੇ, 16 ਸਾਲ ਤੋਂ ਉਮਰ ਦੇ ਘੱਟ ਤੋਂ ਜਿਹੜੇ ਜਵਾਕ ਨੇ, ਉਹਨਾਂ 'ਚ ਪੋਰਨੋਗ੍ਰਾਫੀ ਕੰਟੈਂਟ ਦੇਖਣਾ ਵਧਿਆ ਗਾ। ਉਹਨੂੰ ਲੈ ਕੇ ਉਹ ਚਿੰਤਿਤ ਸੀਗੇ। ਉਹਨਾਂ ਨੇ ਕਿਹਾ ਜਾ ਕੇ ਕਿ ਸੋਸ਼ਲ ਮੀਡੀਆ ਤੇ ਸਾਰੀਆਂ ਐਕਸੈਸ ਮਿਲਦੀਆਂ ਨੇ ਤੇ ਮਦਰਾਸ ਹਾਈ ਕੋਰਟ ਇਸ ਪੂਰੀ ਪਟੀਸ਼ਨ ਦੀ ਸੁਣਵਾਈ ਕਰ ਰਿਹਾ ਸੀ। ਮਦਰਾਸ ਹਾਈ ਕੋਰਟ ਨੇ ਵੀ ਕੰਸੀਡਰ ਕੀਤਾ ਆਸਟ੍ਰੇਲੀਆ ਵਾਲਾ ਫੈਸਲਾ, ਜਿੱਥੇ ਆਪਾਂ ਨੂੰ ਪਤਾ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਜੇ ਸੋਸ਼ਲ ਮੀਡੀਆ ਚਲਾਉਣਾ ਬੈਨ ਹੈਗਾ, ਤੇ ਉਹ ਪੈਰੈਂਟਸ ਵਾਲਾ ਸਾਰਾ ਆਪਾਂ ਨੂੰ ਪਤਾ ਸਾਰਾ ਚੱਕਰ ਵੀ ਹੈ ਉਹਦੇ 'ਚ। ਤਾਂ ਸੇਮ ਉਹ ਕਹਿ ਰਹੇ ਕਿ ਇਸ ਕਿਸਮ ਦਾ ਕਾਨੂੰਨ ਇੰਡੀਆ ਦੇ ਵਿੱਚ ਕਿਉਂ ਨਹੀਂ ਆ ਸਕਦਾ। ਦੇਖੋ, ਮੈਨੂੰ ਵੀ ਲੱਗਦਾ ਗਾ ਕਿ ਘੱਟੋ ਘੱਟ 13 ਸਾਲ, ਮਤਲਬ 16 ਸਾਲ ਇੱਕ ਏਜ ਹੈਗੀ ਆ, ਉਹ ਵੀ ਬੱਚਾ ਹੀ ਹੁੰਦਾ ਗਾ। ਮੈਂ ਜਿਹੜਾ ਇੱਕ ਬ੍ਰੈਕਟ ਰੱਖਦਾ ਗਾ ਏਜ ਦੀ, ਜਿਹਨੂੰ ਬੱਚਾ ਗਿਣਦਾ ਗਾ, ਉਹ 13-14 ਸਾਲ ਵਾਲਾ, ਮਤਲਬ 14 ਸਾਲ ਵੀ 14 ਸਾਲ ਵੀ ਇੱਕ ਵਧੀਆ ਨੰਬਰ ਹੈਗਾ। 14 ਸਾਲ ਜੀ। ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ ਨਾ ਵਰਤਣ ਦਿੱਤਾ ਜਾਵੇ। ਇਹ ਮੈਂ ਵੀ ਮੰਨਦਾ ਗਾ। ਉਹਦੇ ਕਈ ਰੀਜ਼ਨ ਨੇ। ਕੀ ਉਹ ਸੋਸ਼ਲ ਮੀਡੀਆ ਦੀ ਵਰਤੋਂ ਆਪਣੇ ਕਿਸੇ ਆਪਾਂ ਕਹਿ ਲਈਏ ਕਿ ਲਰਨਿੰਗ ਪ੍ਰੋਸੈਸ ਵਾਸਤੇ ਕਰ ਰਹੇ ਨੇ? ਮੈਂ ਬਹੁਤ ਦੇਖਿਆ ਗਾ, ਮੈਂ ਵੀ ਮਤਲਬ ਕਈ ਸਰਵੇਜ਼ ਦਾ ਹਿੱਸਾ ਰਿਹਾ ਹੈਗਾ। ਖਾਸ ਕਰ ਜਿਹੜੇ ਐਲੀਮੈਂਟਰੀ ਐਜੂਕੇਸ਼ਨ ਨੂੰ ਲੈ ਕੇ ਜਾਂ ਫਿਰ ਪ੍ਰਾਇਮਰੀ ਐਜੂਕੇਸ਼ਨ ਨੂੰ ਲੈ ਕੇ, ਉਹਦੇ 'ਚ ਮੈਂ ਦੇਖਦਾ ਹੈਗਾ ਕਿ ਮਤਲਬ 90% ਬੱਚੇ ਜਿਹੜਾ ਸੋਸ਼ਲ ਮੀਡੀਆ ਦਾ ਇਸਤੇਮਾਲ ਕਰ ਰਹੇ ਨੇ, ਉਹ ਕੰਟੈਂਟ ਨੂੰ ਕੰਜ਼ਿਊਮ ਕਰਨ ਵਾਸਤੇ, ਔਰ ਕਈ ਵਾਰ ਤਾਂ ਉਹ ਅਡਲਟ ਕੰਟੈਂਟ, ਜਿਹੜਾ ਸੈਂਸਰਡ ਅਡਲਟ ਕੰਟੈਂਟ ਹੁੰਦਾ ਗਾ, ਉਹਨੂੰ ਵੀ ਕੰਜ਼ਿਊਮ ਕਰ ਰਹੇ ਹੁੰਦੇ ਹੈਗੇ ਆ। ਤਾਂ ਉਹ ਚੀਜ਼ਾਂ ਆਪਾਂ ਦੇਖਦੇ ਹੀ ਆ। ਤੇ ਉਹਦਾ ਆਪਾਂ ਨੂੰ ਪਤਾ ਹੈ ਕਿ
ਕਈ ਕਿਸਮ ਦੀਆਂ ਬਿਮਾਰੀਆਂ ਵੀ ਹੋ ਰਹੀਆਂ ਨੇ ਬੱਚਿਆਂ ਨੂੰ, ਕਈ ਆਟਿਜ਼ਮ ਦੇ ਸ਼ਿਕਾਰ ਹੋ ਰਹੇ ਨੇ, ਕਈ ਹੋਰ ਕਈ ਕਿਸਮ ਦੇ ਜਿਹੜੇ ਆਪਾਂ ਕਹਿ ਲਈਏ ਕਿ ਹਾਰਮੋਨਲ ਡਿਸਬੈਲੈਂਸ, ਹੋਰ ਵੀ ਕਈ ਮੋਟਾਪੇ ਤੇ ਓਬੇਸਿਟੀ ਦੇ ਸ਼ਿਕਾਰ ਨੇ, ਤੇ ਕਈਆਂ ਨੂੰ ਜਿਨ੍ਹਾਂ ਦੀ ਜਿਹੜੀ ਰੀਅਲ ਲਾਈਫ ਸੈਂਸਿਸ ਹੁੰਦੀਆਂ ਨੇ ਉਹਨਾਂ ਤੇ ਵੀ ਅਸਰ ਆਏਗਾ। ਇਸ ਕਿਸਮ ਦੀਆਂ ਬਿਮਾਰੀਆਂ ਵੀ ਨੇ, ਉਹ ਵੀ ਆਪਾਂ ਨੂੰ ਪਤਾ ਹੈ। ਤੇ ਜਿਹੜਾ ਇੱਕ ਫਿਜ਼ੀਕਲ ਲਰਨਿੰਗ ਦਾ ਪ੍ਰੋਸੈਸ ਹੁੰਦਾ ਗਾ ਸਕੂਲ ਟਾਈਮ ਦੇ ਵਿੱਚ, ਜਾਂ ਫਿਰ ਉਹ ਬਚਪਨੇ 'ਚ ਐਡੋਲਸੈਂਟ ਹੋਣ ਤੱਕ ਦਾ ਜਿਹੜਾ ਉਹਨਾਂ ਦਾ ਸਫ਼ਰ ਹੈ, ਜਿਹੜੀ ਆਪਾਂ ਜਿਹਨੂੰ ਹੋਲਿਸਟਿਕ ਡਿਵੈਲਪਮੈਂਟ ਕਹਿੰਦੇ, ਉਹਦੇ ਤੇ ਵੀ ਅਸਰ ਹੁੰਦਾ ਗਾ। ਮੈਨੂੰ ਲੱਗਦਾ ਗਾ ਕਿ ਜਿਵੇਂ ਸਾਡੇ ਖੇਡ ਵੀ ਜਿਵੇਂ ਪਲਾਨ ਸੀਗੇ, ਜਿਵੇਂ ਖੋ-ਖੋ ਖੇਡਦੇ ਸੀਗੇ, ਕਬੱਡੀ ਖੇਡਦੇ ਸੀਗੇ, ਈਵਨ ਬਾਂਦਰ ਕਿੱਲਾ, ਇਹ ਜਿੰਨੇ ਵੀ ਖੇਡ ਸੀਗੇ ਉਹਨਾਂ 'ਚ ਇੱਕ ਲੈਵਲ ਤੇ ਫਿਜ਼ੀਕਲ ਐਕਟੀਵਿਟੀਜ਼ ਸੀਗੀਆਂ, ਤੇ ਉਹ ਬੱਚੇ ਚੁਸਤ ਤੰਦਰੁਸਤ ਵੀ ਰਹਿੰਦੇ ਸੀਗੇ, ਉਹਨਾਂ ਦੇ ਸਰੀਰਕ ਵਿਕਾਸ ਵੀ ਹੋ ਰਿਹਾ ਸੀਗਾ, ਹੁੰਦਾ ਸੀਗਾ, ਤੇ ਮਾਨਸਿਕ ਵਿਕਾਸ ਵੀ। ਸੋਸ਼ਲ ਮੀਡੀਆ ਬੇਸਿਕਲੀ ਉਹਨਾਂ ਨੂੰ ਰੀਲਾਂ ਦੇਖਣ ਦੇ ਚਸਕੇ ਲਾ ਦਿੰਦਾ ਗਾ, ਜਾਂ ਹੋਰ ਜਿਹੜੇ ਸੋਸ਼ਲ ਮੀਡੀਆ ਦਾ ਕੰਟੈਂਟ ਹੁੰਦੇ ਉਹਨੂੰ ਕੰਜ਼ਿਊਮ ਕਰਨ, ਉਹਦੇ ਨਾਲ ਉਹਨਾਂ ਦੇ ਸਰੀਰਕ ਵਿਕਾਸ ਦਾ ਕੋਈ ਨਹੀਂ ਹੋ ਰਿਹਾ ਹੁੰਦਾ। ਆਪਾਂ ਤਾਂ ਇਹ ਤਾਂ ਮੰਨਦੇ ਹੀ ਆ ਕਿ ਜਿਹੜੇ ਬੱਚੇ ਦੀ ਹਾਈਟ ਵਧਣੀ ਹੁੰਦੀ ਹੈ, ਜਾਂ ਫਿਰ ਉਹਦੇ ਸਰੀਰ 'ਚ ਜਿਹੜਾ ਮਸਲ ਮਾਸ ਆਉਣਾ ਹੁੰਦਾ ਗਾ, ਜਾਂ ਫਿਰ ਉਹਦੀ ਵਜ਼ਨ ਵਧਣਾ ਹੁੰਦਾ ਗਾ, ਉਹਦੀ ਚੁਸਤੀ ਤੰਦਰੁਸਤੀ, ਉਹਦੀ ਸਾਰੀ ਉਮਰ ਦਾ ਜਿਹੜਾ ਸਰੀਰਕ ਵਿਕਾਸ ਹੈ ਉਹ 18-19 ਸਾਲ ਤੱਕ, ਮਤਲਬ ਉਹਦੀ ਇੱਕ ਨੀਂਹ ਫਾਊਂਡੇਸ਼ਨ ਘੱਟੋ ਘੱਟ ਉਸ ਟਾਈਮ ਰੱਖੀ ਜਾ ਰਹੀ ਹੁੰਦੀ ਹੈ। ਤੇ ਫਾਊਂਡੇਸ਼ਨ ਹੀ ਜੇ ਕਮਜ਼ੋਰ ਹੋਵੇਗੀ ਤਾਂ ਫਿਰ ਅੱਗੇ ਤੁਸੀਂ ਦੇਖੋ ਕਿ ਕਿਵੇਂ ਦਾ ਜਿਹੜਾ ਦਰਖਤ ਬਣੂਗਾ। ਤਾਂ ਇਹ ਇੱਕ ਚੱਕਰ ਹੈ। ਮੈਂ ਵੀ ਇਹ ਮੰਨਦਾ ਹਾਂ ਕਿ ਜਿਹੜੀ ਉਹਨਾਂ ਦੀ ਹੋਲਿਸਟਿਕ ਡਿਵੈਲਪਮੈਂਟ ਹੈ, ਉਸ 'ਚ ਸੋਸ਼ਲ ਮੀਡੀਆ ਇੱਕ ਵੱਡਾ ਵਾਧਾ ਗਾ, ਤੇ ਉਹਦੇ ਤੇ ਰੋਕ ਘੱਟੋ ਘੱਟ 14 ਸਾਲ ਜਾਂ 13 ਸਾਲ ਕੋਈ ਲਾ ਕੇ ਇੰਡੀਆ ਦੇ ਵਿੱਚ ਵੀ ਉਹਨੂੰ ਲੈ ਕੇ ਕੁਛ ਨਾ ਕੁਛ ਕਾਨੂੰਨ ਹੋਣੇ ਚਾਹੀਦੇ। ਜੀ ਬਿਲਕੁਲ। ਇਸ ਤੋਂ ਅੱਗੇ ਚੱਲੀਏ ਤਾਂ ਅਸਾਮ ਦੇ ਹਾਲਾਤ ਤੇ ਜ਼ਰਾ ਪਾਇਓ ਚਾਨਣਾ, ਉੱਥੇ ਕੀ ਵਾਪਰ ਰਿਹਾ ਹੈ ਜੀ? ਲੋਕ ਘਰਾਂ 'ਚ ਬੰਦ ਨੇ, ਫੌਜ ਫਲੈਗ ਮਾਰਚ ਕਰ ਰਹੀ ਹੈ। ਦੇਖੋ ਉੱਥੇ ਬੇਸਿਕਲੀ ਅਸਾਮ, ਜਿਵੇਂ ਮਣੀਪੁਰ 'ਚ ਦੋ ਸਮੁਦਾਇਆਂ ਦੇ ਵਿਚਕਾਰ ਆਪਾਂ ਦੇਖਿਆ ਸੀਗਾ ਕਿ ਉੱਥੇ ਵਾਇਲੈਂਸ ਦੇਖਣ ਨੂੰ ਮਿਲਿਆ, ਠੀਕ ਹੈ? ਤੇ ਕੁਕੀ ਅਤੇ ਮੈਤੇਈ ਦੇ ਵਿੱਚ ਐਵੇਂ ਹੀ ਜਿਹੜਾ ਅਸਾਮ ਦਾ ਇਲਾਕਾ ਹੈਗਾ, ਸਵਾਇਤ ਸ਼ਾਸੀ ਕਾਰਬੀ ਆਂਗਲੋਂਗ, ਉੱਥੇ ਦੋ ਸਮੁਦਾਇਆਂ ਦੇ ਵਿੱਚ, ਕਾਰਬੀ ਆਦਿਵਾਸੀ ਅਤੇ ਜਿਹੜੇ ਬਾਹਰ ਦੇ ਉੱਥੇ ਆਏ ਵਸੇ ਹੋਏ ਲੋਕ, ਉੱਥੇ ਉਹਨਾਂ 'ਚ ਵਾਇਲੈਂਸ ਹੋਇਆ ਗਾ, 2 ਜਣਿਆਂ ਦੀ ਡੈਥ ਵੀ ਹੋਈ ਹੈ। ਤਕਰੀਬਨ 150 ਜਿਹੜੇ ਲੋਕ ਹੈਗੇ ਆ ਉਹ ਘਾਇਲ ਹੋਏ ਨੇ। ਉਹ ਆਪਾਂ ਕਹਿ ਲਈਏ ਕਿ ਉਹਨਾਂ ਦਾ ਉਹ ਫੱਟੜ ਹੋਏ ਨੇ, ਕਈ ਸਾਰੇ ਤਾਂ ਸੀਰੀਅਸ ਵੀ ਨੇ। ਈਵਨ ਇੱਕ ਜਿਹੜੇ ਫਿਜ਼ੀਕਲੀ ਡਿਸੇਬਲਡ ਸੀਗੇ, ਸੂਰਜ ਡੇ, ਉਹਨਾਂ ਨੂੰ ਵੀ ਭੀੜ ਨੇ ਜਿੰਦਾ ਸਾੜ ਕੇ ਮਾਰਤਾ, ਮਤਲਬ ਮੋਬ ਲਿੰਚਿੰਗ ਕੀਤੀ, ਉਹਨੂੰ ਜਿੰਦਾ ਸਾੜ ਕੇ ਮਾਰਤਾ। ਤੇ 12 ਪਿੰਡ ਏਦਾਂ ਦੇ ਹੈਗੇ ਆ ਉੱਥੇ ਠੀਕ ਠਾਕ ਵਾਇਲੈਂਸ ਮਤਲਬ ਦੇਖਣ ਨੂੰ ਮਿਲ ਰਿਹਾ ਹੈਗਾ। ਤੇ ਘਰਾਂ ਦੇ ਬਲਦਿਆਂ ਦੀ ਵੀਡੀਓਜ਼, ਪੱਥਰਬਾਜ਼ੀ ਦੀਆਂ, ਗੱਡੀਆਂ ਬਲਦੀਆਂ ਦੀਆਂ ਵੀਡੀਓਜ਼, ਉਹ ਆਪਾਂ ਦੇਖ ਹੀ ਰਹੇ ਹਾਂ ਸੋਸ਼ਲ ਮੀਡੀਆ ਤੇ ਅਸਮ ਪੁਲਿਸ ਦੀ ਤੈਨਾਤੀ ਵੀ ਹੈਗੀ ਆ, ਪਰ ਹਜੇ ਕਾਬੂ ਨਹੀਂ ਪਾਇਆ ਜਾ ਚੁੱਕਿਆ ਉਸ ਇਲਾਕੇ 'ਚ। 17 ਮਤਲਬ 700 ਤੋਂ ਵੱਧ ਜਿਹੜੇ ਆਰਮੀ ਦੇ ਜਵਾਨ ਹੈਗੇ, ਉਹਨਾਂ ਨੇ ਫਲੈਗ ਮਾਰਚ ਕੀਤਾ ਹੈ। ਮਤਲਬ ਹਜ਼ਾਰਾਂ ਲੋਕ ਜਿਹੜੇ ਹੈਗੇ ਘਰਾਂ 'ਚ ਕੈਦ ਨੇ, ਤੇ ਮਤਲਬ ਇਹ ਡਰ ਇਹੀ ਹੈ ਕਿ ਮਣੀਪੁਰ ਵਰਗਾ ਹਾਲ ਅਸਮ ਦਾ ਵੀ ਨਾ ਹੋ ਜਾਵੇ। ਉੱਥੇ ਅਸਮ 'ਚ ਬੀਜੇਪੀ ਦੀ ਸਰਕਾਰ ਹੈ, ਤੇ ਉਹਨਾਂ ਦੇ ਜਿਹੜੇ ਮੁੱਖ ਮੰਤਰੀ ਨੇ ਹਿਮੰਤ ਬਿਸਵਾ ਸ਼ਰਮਾ, ਉਹ ਆਪਾਂ ਨੂੰ ਪਤਾ ਹੈ ਕਿ ਉਹਨਾਂ ਦੀ ਕਿਸ ਕਿਸਮ ਦੀ ਸੋਚ ਹੈ, ਤੇ ਕਿਸ ਕਿਸਮ ਨਾਲ ਉਹ ਉੱਥੋਂ ਦੇ ਮੁਸਲਮਾਨਾਂ ਨੂੰ ਵੀ ਟਾਰਗੇਟ ਕਰਦੇ ਨੇ, ਜਾਂ ਹੋਰ ਜਿਹੜੇ ਕਈ ਘੱਟ ਗਿਣਤੀ ਦੇ ਸਮੁਦਾਇ ਨੇ ਉਹਨਾਂ ਨੂੰ ਵੀ ਟਾਰਗੇਟ ਕਰਦੇ ਨੇ। ਕਿ ਉਹਨਾਂ ਦੇ ਸੂਬੇ ਦੇ ਮੁੱਖ ਮੰਤਰੀ ਦੇ ਜ਼ਹਿਰ ਦਾ ਹੀ ਤਾਂ ਇਹ ਅਸਰ ਨਹੀਂ ਕਿ ਉੱਥੇ ਦੋ ਸਮੁਦਾਇ ਆਪਸ 'ਚ ਭਿੜ ਰਹੇ ਨੇ। ਇਹ ਮਤਲਬ ਇਹ ਵੀ ਇੱਕ ਇਹਦੇ 'ਚ ਵਿਚਾਰ ਕਰਨ ਵਾਲੀ ਚੀਜ਼ ਹੈ। ਅਸਮ 'ਚ ਵਿਧਾਨ ਸਭਾ ਚੋਣ ਹੋਣੇ ਨੇ, ਕੀ ਇਹ ਜਿਹੜੀ ਵਾਇਲੈਂਸ ਕਰਾਈ ਜਾ ਰਹੀ ਹੈ ਉਸ ਚੋਣਾਂ 'ਚ ਕੋਈ ਕਿਸੇ ਕਿਸਮ ਦਾ ਫਾਇਦਾ ਲੈਣ ਵਾਸਤੇ ਕਰਾਈ ਜਾ ਰਹੀ ਹੈ? ਇਹ ਵੀ ਇੱਕ ਸਵਾਲ ਹੈਗਾ। ਬਿਲਕੁਲ। ਇਸ ਤੋਂ ਅੱਗੇ ਚੱਲੀਏ ਤਾਂ ਉੱਧਰ ਉੱਤਰਾਖੰਡ ਦੇ ਵਿੱਚ ਇੱਕ ਕਸ਼ਮੀਰੀ ਦੇ ਕੋਲੋਂ ਜਬਰਨ ਭਾਰਤ ਮਾਤਾ ਦੀ ਜੈ ਕਹਾਇਆ ਗਿਆ, ਵਾਲ ਪੱਟੇ ਗਏ, ਗਲਾ ਦਬਾਇਆ ਤੇ ਥੱਪੜ ਮਾਰੇ ਗਏ। ਇਹ ਕਿੱਧਰ ਨੂੰ ਤੁਰ ਪਿਆ ਜੀ? ਇਹ ਰਾਸ਼ਟਰ ਦਾ ਜ਼ਿਆਦਾ ਭੂਤ ਸਵਾਰ ਹੋ ਗਿਆ। ਦੇਖੋ, 2 ਘਟਨਾਵਾਂ ਨੇ ਉੱਤਰਾਖੰਡ ਦੀਆਂ ਹੀ, ਜਿਨ੍ਹਾਂ ਬਾਰੇ ਜੀ, ਆਪਾਂ ਗੱਲ ਕਰਨੀ ਹੈ। ਇੱਕ ਤਾਂ ਕਸ਼ਮੀਰੀ ਤੁਸੀਂ ਕਹਿ ਹੀ ਦਿੱਤਾ ਕਿ ਜੀ, ਉੱਥੋਂ ਜ਼ਬਰਦਸਤੀ ਭਾਰਤ ਮਾਤਾ ਦੀ ਜੈ ਬੁਲਵਾਇਆ, ਉਹਨੂੰ ਕੁੱਟਿਆ ਭੀੜ ਨੇ ਇਕੱਠੇ ਜੀ, ਹੋ ਕੇ। ਇਹ ਸ਼ਾਉਲ ਜੀ, ਵੇਚਣ ਗਿਆ ਹੋਇਆ ਸੀ, ਕਸ਼ਮੀਰੀ ਸੀਗਾ ਜੀ। ਤਕਰੀਬਨ ਇਹਦਾ 2.5 ਮਿੰਟ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ, ਜਿਹਦੇ 'ਚ ਇਹਦੇ ਵਾਲ ਫੜੇ ਹੋਏ ਨੇ, ਤੇ ਜਿਹੜੇ ਹਿੰਦੂਤਵਾ ਸੰਗਠਨ ਦੇ ਜਿਹੜੇ ਲੋਕ ਨੇ ਉਹ ਉਹਦੇ ਨਾਲ ਕੁੱਟਮਾਰ ਕਰ ਰਹੇ ਨੇ, ਉਹਨੂੰ ਕਹਿ ਰਹੇ ਨੇ ਕਿ ਭਾਰਤ ਮਾਤਾ ਦੀ ਜੈ ਹੈ, ਇਸ ਕਿਸਮ ਦੇ ਨਾਅਰੇ ਲਵਾ ਰਹੇ ਨੇ, ਜੈ ਸ਼੍ਰੀ ਰਾਮ ਤੇ ਹੋਰ। ਤੇ ਇਹ ਮਤਲਬ ਖਾਸਾ ਉਹਨੂੰ ਕੁੱਟਿਆ ਗਿਆ। ਕਾਸੀਪੁਰ ਇਲਾਕੇ ਦੀ ਇਹ ਗੱਲ ਦੱਸੀ ਜਾ ਰਹੀ ਹੈ। ਉਹਦਾ ਜਿਹੜਾ ਉਹ ਸ਼ਾਲ ਵਗੈਰਾ ਲੈ ਕੇ ਗਿਆ ਹੋਇਆ ਸੀ ਵਿਚਾਰਾ, ਉਹ ਵੀ ਉਹਨਾਂ ਨੇ ਲੁੱਟ ਲਏ, ਤੇ ਉਹਦੇ ਪੈਸੇ ਵੀ ਖੋਹਣ ਦੀ ਕੋਸ਼ਿਸ਼ ਹੋਈ। ਤੇ ਮਤਲਬ ਜਿਹੜਾ ਇਹ ਕਸ਼ਮੀਰੀ ਸੀਗਾ, ਇਹਨੇ ਦੱਸਿਆ ਕਿ ਮੈਂ 10 ਸਾਲਾਂ ਤੋਂ ਉੱਤਰਾਖੰਡ ਆ ਰਿਹਾ ਸੀਗਾ ਸ਼ਾਲ ਵੇਚਣ, ਤੇ ਇਸ ਵਾਰ ਮੇਰੇ ਨਾਲ ਇਹ ਹੋਇਆ।
ਦੂਜੀ ਖਬਰ ਦੇਹਰਾਦੂਨ ਦੀ ਹੈ, ਉਹ ਵੀ ਉੱਤਰਾਖੰਡ 'ਚ ਜੀ, ਹੀ ਪੈਂਦਾ ਗਾ। ਉੱਤਰਾਖੰਡ ਦੀ ਰਾਜਧਾਨੀ ਹੈ ਦੇਹਰਾਦੂਨ। ਉੱਥੇ ਤ੍ਰਿਪੁਰਾ ਦੇ ਇੱਕ ਸਟੂਡੈਂਟ ਨੂੰ ਮੌਬ ਲਿੰਚ ਕਰ ਦਿੱਤਾ ਗਿਆ। ਉਹਦੇ ਚਾਕੂ ਮਾਰੇ, ਉਹਨੂੰ ਚਿੰਕਾ, ਚਾਈਨੀਜ਼ ਕਹਿ ਕੇ ਉਹਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਹੁਣ ਇਹ ਦੋਵੇਂ ਘਟਨਾਵਾਂ ਦੇਖੋ, 2 ਅੱਡ ਸੂਬਿਆਂ ਦੇ ਮੁੰਡੇ ਨੇ। ਇੱਕ ਉੱਥੇ ਪੜ੍ਹਨ ਗਿਆ ਹੋਇਆ ਹੈਗਾ, ਸਟੂਡੈਂਟ ਹੈ ਤ੍ਰਿਪੁਰਾ ਦਾ, ਉਹਨੂੰ ਚਾਈਨੀਜ਼ ਕਹਿ ਕੇ, ਠੀਕ ਹੈ, ਮਾਰ ਦਿੱਤਾ ਗਿਆ। ਇੱਕ ਜੀ, ਕਸ਼ਮੀਰੀ ਹੈ, ਉਹ ਉੱਥੇ ਵਪਾਰ ਕਰਨ ਗਿਆ ਹੋਗਾ, ਨੌਜਵਾਨ ਹੈ, ਸ਼ਾਲ ਵੇਚਣ ਗਿਆ ਹੈਗਾ। ਉਹਨੂੰ ਜੀ। ਉਹਦੇ ਸ਼ਾਲ ਖੋਲੇ, ਉਹਨੂੰ ਕੁੱਟਿਆ, ਉਹਨੂੰ ਮਾਰਿਆ, ਜੈ ਸ਼੍ਰੀ ਰਾਮ, ਜੈ ਭਾਰਤ ਮਾਤਾ ਦੀ ਜੈ ਲਵਾਈ। ਇਹ ਕਿੱਥੇ ਤੁਸੀਂ ਇਸ ਨੂੰ ਕੀ ਮੰਨੋਗੇ? ਮਤਲਬ ਤੁਸੀਂ ਹੂੰ, ਕੀ ਸੰਦੇਸ਼ ਦੇ ਰਹੇ ਹੋ ਕਿ ਜਿਹੜੇ ਗੈਰ ਹਿੰਦੀ ਭਾਸ਼ੀ ਜਾਂ ਫਿਰ ਇਸ ਕਿਸਮ ਦੇ ਸੂਬੇ ਨੇ ਜਿੱਥੇ ਥੋੜ੍ਹਾ ਜਿਹਾ ਫੈਡਰਲਿਜ਼ਮ ਨੂੰ ਲੈ ਕੇ ਹੋਰ 4 ਚੀਜ਼ਾਂ ਨੂੰ ਪੋਲੀਟੀਕਲ ਅਵੇਅਰਨੈਸ ਵੱਧ ਹੈਗੀ ਆ, ਉਹਨੂੰ ਜੇ ਉਹ ਤੁਹਾਡੇ ਕਾਊ ਬੈਲਟ 'ਚ ਜੇ ਕਿਤੇ ਜਾਣਗੇ ਤਾਂ ਤੁਸੀਂ ਜਿੱਥੇ ਬੀਜੇਪੀ ਦੀਆਂ ਸਰਕਾਰਾਂ ਨੇ, ਉਹ ਤੁਸੀਂ ਮੁੰਡਿਆਂ ਨੂੰ ਐਂ ਕੁੱਟੋਗੇ, ਐਂ ਕੁੱਟ-ਕੁੱਟ ਕੇ ਮਾਰ ਦੋਗੇ, ਮੌਬ ਲਿੰਚਿੰਗ ਐਂ ਕਰੋਗੇ। ਤਾਂ ਮਤਲਬ ਇਹ ਬਹੁਤ ਮਤਲਬ ਭਿਆਨਕ ਹੈ ਮੁਲਕ ਵਾਸਤੇ। ਤੇ ਮੈਨੂੰ ਲੱਗਦਾ ਹੋਣਾ ਵੀ ਉੱਥੇ ਕੱਖ ਨਹੀਂ। ਉੱਤਰਾਖੰਡ 'ਚ ਆਪਾਂ ਸਭ ਤੋਂ ਵੱਧ ਇਹ ਘਟਨਾਵਾਂ ਦੇਖਦੇ ਹਾਂ। ਮੈਂ ਜਿਵੇਂ ਕਈ ਵਾਰ ਹੂੰ, ਆਪ ਜੀ ਨੂੰ ਵੀ ਦੱਸਦਾ ਹੁੰਨਾ ਕਿ ਮੱਧ ਪ੍ਰਦੇਸ਼, ਉੱਤਰਾਖੰਡ, ਇਹਨਾਂ ਦਾ ਤਾਂ ਬਹੁਤ ਜ਼ਿਆਦਾ ਬੁਰਾ ਹਾਲ ਹੈਗਾ। ਇਹ ਇਸ ਕਿਸਮ ਦੇ ਪਹਾੜੀ ਸੂਬੇ 'ਚ ਹਿਮਾਚਲ ਹੋਵੇ, ਹਿਮਾਚਲ ਦਾ ਤਾਂ ਆਪਾਂ ਨੂੰ ਉਸ ਟਾਈਮ ਵੀ ਪਤਾ ਲੱਗਿਆ ਸੀਗਾ ਜਦੋਂ ਅੰਮ੍ਰਿਤਪਾਲ ਸਿੰਘ ਹੋਣਾ ਦਾ ਕੇਸ ਹੋਇਆ ਸੀਗਾ। ਉਹ ਈਵਨ ਸੰਤ ਭਿੰਡਰਾਲੇ ਦੀ ਫੋਟੋ ਨੂੰ ਲੈ ਕੇ ਵੀ ਵਿਵਾਦ ਖੜਾ ਕਰ ਲਿਆ ਗਿਆ ਵਿਵਾਦ ਸੀਗਾ। ਹੁੰਦਾ। ਹੋਰ ਵੀ ਜੀ, ਕਈ, ਹਾਂ, ਹੋਰ ਵੀ ਕਈ ਚੀਜ਼ਾਂ ਆਪਾਂ ਦੇਖਣ। ਤੇ ਇਹ ਬੜਾ ਅਜੀਬ ਹੈ ਕਿ ਜਿਹੜੇ ਕਸ਼ਮੀਰ, ਪੰਜਾਬੀ ਜਾਂ ਫਿਰ ਨਾਰਥ ਈਸਟ ਦੇ ਹੋ ਗਏ ਜਾਂ ਏਦਾਂ ਦੇ ਲੋਕ ਜਿਹੜੇ ਆਪਣੀ ਆਵਾਜ਼ ਬੁਲੰਦ ਕਰਦੇ ਹੈਗੇ ਆ, ਉਹਨਾਂ ਦੇ ਲੋਕਾਂ ਨੂੰ ਤੁਸੀਂ ਜ਼ਰ ਹੀ ਨਹੀਂ ਰਹੇ। ਕਦੇ ਹੂੰ, ਉਹਨਾਂ ਨੂੰ ਮੁਸਲਮਾਨ ਕਹਿ ਕੇ ਕੁੱਟ ਦਿੰਦੇ ਹੋ, ਕਦੇ ਕਸ਼ਮੀਰੀ ਕਹਿ ਕੇ, ਕਦੇ ਚਾਈਨੀਜ਼ ਕਹਿ ਕੇ ਮਾਰ ਦਿੰਦੇ ਹੋ। ਤਾਂ ਇਹ ਬੜਾ ਮਤਲਬ ਜਿਹੜਾ ਭੀੜ ਇੱਕ ਆਪਣੀ ਮੋਰੈਲਿਟੀਜ਼ ਖੜੀ ਕਰ ਰਹੀ ਹੈ ਕਿ ਸਾਡੇ ਤੋਂ ਜੇ ਕੋਈ ਅੱਡ ਹੋਊਗਾ, ਜੀ, ਉਹ ਆਈਡੈਂਟਿਟੀ ਦੇ ਤੌਰ ਤੇ ਸਾਡੇ ਤੋਂ ਕੋਈ ਵੱਖ ਹੋਵੇ, ਮਤਲਬ ਅੱਡ ਹੋਵੇ, ਕਿਸਮ ਦਾ ਹੋਵੇ ਜਾਂ ਏਰੀਆ ਕਿਸੇ ਦਾ ਅੱਡ ਹੋਵੇ ਤਾਂ ਉਹਨੂੰ ਅਸੀਂ ਕੁੱਟ-ਕੁੱਟ ਕੇ ਮਾਰਦੇ ਹਾਂ। ਇਹ ਬੜੀ ਖਤਰਨਾਕ ਜਿਹੜੀ ਜਿਹੜਾ ਮੋਬ ਰਫ ਜਸਟਿਸ, ਫੇਕ ਮੋਰੈਲਿਟੀਜ਼ ਖੜੀ ਕਰਕੇ ਰਫ ਜਸਟਿਸ ਵੱਲ ਵਧ ਰਹੀ ਹੈ। ਇਹ ਸੁਸਾਇਟੀ ਨੂੰ, ਆਪਾਂ ਨੂੰ ਪਤਾ ਹੈ ਕਿ ਇੱਕ ਸਰਟੇਨ ਕਿਸਮ ਦੀ ਅਨਾਰਕੀ 'ਚ ਧਕੇਲਦੀ ਹੈਗੀ ਹੈ, ਜਿਹੜੀ ਅੱਗੇ ਜਾ ਕੇ ਮੰਨੋ ਜਾਂ ਨਾ ਮੰਨੋ, ਮਤਲਬ ਉਹਨੂੰ ਸਰਕਾਰ ਮੰਨੇ ਜਾਂ ਨਾ ਮੰਨੇ, ਪਰ ਮੁਲਕ ਵਾਸਤੇ ਬਹੁਤ ਸਮੱਸਿਆਵਾਂ ਖੜੀਆਂ ਕਰਨਗੀਆਂ। ਜੀ। ਇਸ ਤੋਂ ਅੱਗੇ ਜੇਕਰ ਆਪਾਂ ਚੱਲੀਏ ਤਾਂ ਪੰਜਾਬ ਸਰਕਾਰ ਨੇ 29 ਤਰੀਕ ਨੂੰ ਕੈਬਨਿਟ ਦੀ ਮੀਟਿੰਗ ਸੱਦੀ ਹੈ ਜੀ। ਕੀ ਖਾਸ ਫੈਸਲੇ ਹੋਣ ਦੀ ਆਸ ਹੈ ਇਸ ਦੇ ਵਿੱਚ? ਇਹਦੇ 'ਚ ਦੇਖੋ, ਇਹ ਮੰਨਿਆ ਜਾ ਰਿਹਾ ਹੈਗਾ ਕਿ ਜਿਹੜੀ ਕੈਬਨਿਟ ਮੀਟਿੰਗ ਸੱਦੀ ਗਈ ਹੈ 29 ਤਰੀਕ ਨੂੰ, ਉਹਦੇ 'ਚ ਕੁਝ ਚੀਜ਼ਾਂ ਡਿਸਕਸ ਕਰਨਗੇ ਭਗਵੰਤ ਮਾਨ ਹੋਰੀ, ਤੇ ਇੱਕ ਸਪੈਸ਼ਲ ਸੈਸ਼ਨ ਦਾ ਸੱਦਾ ਵੀ ਦੇਣਗੇ। ਪਹਿਲਾਂ ਤਾਂ ਇਹ ਕਿਹਾ ਜਾ ਰਿਹਾ ਹੈਗਾ ਕਿ ਜਿਹੜੀ ਸਿਹਤ ਬੀਮਾ ਯੋਜਨਾ ਹੈ, ਉਹਨੂੰ ਲੈ ਕੇ, ਸਿਹਤ ਬੀਮਾ ਯੋਜਨਾ ਸਕੀਮ ਨੂੰ ਲੈ ਕੇ ਕੁਛ ਨਾ ਕੁਛ ਉਹ ਕਹਿ ਲਈਏ ਕਿ ਫੈਸਲਾ ਲੈਣਗੇ। ਦੂਜਾ ਜਿਹੜਾ ਮਨਰੇਗਾ ਦਾ ਬਿੱਲ ਹੈ, ਉਹਨੂੰ ਲੈ ਕੇ ਵੀ ਉਹਨਾਂ ਦੇ ਮਨ 'ਚ ਹੈਗਾ, ਜੀ ਰਾਮ ਜੀ ਜਿਹੜਾ ਜਿਹਨੂੰ ਕੀਤਾ ਗਿਆ ਮਨਰੇਗਾ ਨੂੰ ਬਦਲ ਕੇ, ਉਹਨੂੰ ਲੈ ਕੇ ਵੀ ਕੋਈ ਨਾ ਕੋਈ ਪ੍ਰਸਤਾਵ ਪਾਰਿਤ ਕੀਤਾ ਜਾਊਗਾ। ਇਸ ਕਰਕੇ ਮੀਟਿੰਗ ਸੱਦੀ ਜਾ ਰਹੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈਗਾ ਸਪੈਸ਼ਲ ਸੈਸ਼ਨ ਜਿਹੜਾ ਹੈਗਾ ਪੰਜਾਬ ਵਿਧਾਨ ਸਭਾ ਦਾ, ਉਹ 30 ਦਸੰਬਰ ਨੂੰ ਬੁਲਾਇਆ ਜਾ ਸਕਦਾ ਗਾ। ਤਾਂ ਦੇਖਣਾ ਹੋਊਗਾ 29 ਦਸੰਬਰ ਦੀ ਇਹ ਜਿਹੜੀ ਮੀਟਿੰਗ ਹੈ 12 ਵਜੇ, ਜਿਹੜਾ ਸੀਐਮ ਆਵਾਸ ਤੇ ਬੁਲਾਈ ਗਈ ਹੈ ਚੰਡੀਗੜ੍ਹ, ਉਹਦੇ 'ਚ ਇਹ ਕੀ ਫੈਸਲਾ ਲੈਂਦੇ ਨੇ, ਉਹ ਤਾਂ ਆਉਣ ਵਾਲੇ ਦਿਨਾਂ 'ਚ, ਮਤਲਬ 29 ਨੂੰ ਪਤਾ ਲੱਗੂਗਾ ਜੀ। ਜੀ, ਉਧਰ ਪੰਜਾਬ ਦੇ ਰਿਟਾਇਰਡ ਆਈਜੀ ਦਾ ਕਹਿੰਦੇ 3 ਕਰੋੜ ਰੁਪਈਆ ਫਰੀਜ਼ ਕੀਤਾ ਗਿਆ। ਠੱਗੀ ਤੋਂ ਬਾਅਦ ਹੁਣ ਕਾਰਵਾਈ ਹੋਈ ਹੈ ਜੀ। ਕਹਿੰਦੇ 25 ਬੈਂਕ ਖਾਤੇ ਵੀ ਸੀਲ ਕੀਤੇ ਨੇ। ਅਮਰ ਸਿੰਘ ਚਾਹਲ, ਹਾਂਜੀ, ਜਿਨ੍ਹਾਂ ਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਸੀ। ਤੇ ਖੈਰ ਉਹ ਹੁਣ ਤਾਂ ਮਤਲਬ ਆਪਾਂ ਕਹਿ ਲਈਏ ਕਿ ਠੀਕ ਨੇ, ਹਸਪਤਾਲ 'ਚ ਉਹਨਾਂ ਦਾ ਇਲਾਜ ਜਾਰੀ ਹੈ। ਉਹਨਾਂ ਦੇ ਤਕਰੀਬਨ 8.25 ਕਰੋੜ ਦੀ ਠੱਗੀ ਦਾ ਮਾਮਲਾ ਸੀਗਾ ਤੇ ਇਹਦੇ 'ਚ 3 ਕਰੋੜ ਦੀ ਜਿਹੜਾ ਲੈਣ-ਦੇਣ ਸੀ ਉਹਦੇ ਤੇ ਕਾਬੂ ਪਾ ਲਿਆ ਗਿਆ। ਤੇ ਜਿਹੜਾ ਠੱਗੀ ਦਾ ਨੈਟਵਰਕ ਸੀਗਾ ਉਹਦੇ ਮਹਾਰਾਸ਼ਟਰ ਨਾਲ ਤਾਰ ਜੁੜ ਰਹੇ ਨੇ ਤੇ ਉੱਥੇ ਉਹਦੇ ਤੇ ਬ੍ਰੇਕ ਲਾ ਦਿੱਤੀ ਗਈ ਹੈ। 25 ਜਿਹੜੇ ਆਪਾਂ ਕਹਿ ਲਈਏ ਕਿ ਖਾਤੇ ਹੈਗੇ ਆ, ਉਹ ਸੀਲ ਕੀਤੇ ਗਏ ਹੈਗੇ ਆ। ਦੇਖਦੇ ਹਾਂ ਕਿ ਕੀ ਜਿਹੜੀ ਸਾਰੀ ਰਿਕਵਰੀ ਹੈ ਉਹਨਾਂ ਦੀ ਹੋ ਪਾਉਂਦੀ ਹੈਗੀ ਆ, ਨਹੀਂ ਹੋ ਪਾਉਂਦੀ, ਉਹ ਵੀ ਦੇਖਣ ਵਾਲਾ ਗਾ। ਬਾਕੀ ਪੁਲਿਸ ਦੇ ਆਈਜੀ ਨੂੰ ਸੁਸਾਈਡ ਕਰਨਾ ਪੈ ਰਿਹਾ ਹੈਗਾ ਆਨਲਾਈਨ ਠੱਗੀ 'ਚ ਆਪਣੇ ਮਤਲਬ ਇਨਸਾਫ ਕਰਨ ਵਾਸਤੇ। ਜਿਹੜੇ ਆਮ ਲੋਕਾਂ ਨਾਲ ਜਿਹੜੀ ਹਰ ਰੋਜ਼ ਆਨਲਾਈਨ ਠੱਗੀਆਂ ਹੁੰਦੀਆਂ ਨੇ, ਉਹ ਵਿਚਾਰੇ ਫਿਰ ਉਹਨਾਂ ਨੂੰ ਕੀ ਕਰਨਾ ਪਊਗਾ, ਸੋਚ ਕੇ ਦੇਖੋ। ਪੁਲਿਸ ਦੇ ਏਡੇ ਵੱਡੇ ਅਧਿਕਾਰੀ ਨੂੰ ਸੁਸਾਈਡ ਕਰਨਾ ਪੈ ਰਿਹਾ ਹੈਗਾ ਆਪਣੇ ਪੈਸਿਆਂ ਦਾ, ਜਿਹੜੀ ਉਹਦੇ ਨਾਲ ਸਾਈਬਰ ਠੱਗੀ ਉਹਨੂੰ ਕਲੇਮ ਕਰਨ ਵਾਸਤੇ। ਜੀ, ਇਸ ਤੋਂ ਅੱਗੇ ਜੇਕਰ ਚਲੀਏ ਤਾਂ ਉਧਰ ਚੰਡੀਗੜ੍ਹ ਦੇ ਵਿੱਚ ਕਹਿੰਦੇ ਕੋਰਟ ਨੂੰ ਉਡਾਉਣ ਦੀ, ਬੰਬ ਨਾਲ ਉਡਾਉਣ ਦੀ ਧਮਕੀ ਆਈ ਹੈ ਈਮੇਲ ਦੇ ਜ਼ਰੀਏ। ਇਹ ਸਿਲਸਿਲਾ ਰੁਕ ਕਿਉਂ ਨਹੀਂ ਰਿਹਾ ਜੀ? ਇਹ ਇੱਕ ਅਜੀਬ ਹੈ। ਇੱਕ ਤਾਂ ਦੇਖੋ, ਜਿਹੜੇ ਇਹ ਧਮਕੀਆਂ ਆ ਰਹੀਆਂ ਨੇ, ਇਹਨਾਂ ਦਾ ਮੋਡਸ ਓਪਰੈਂਡੀ ਇੱਕੋ ਹੈ, ਈਮੇਲ ਤੇ ਧਮਕੀਆਂ ਆਉਂਦੀਆਂ ਨੇ।
ਤੇ ਜ਼ਿਆਦਾਤਰ ਕੋਰਟਸ ਨੂੰ ਧਮਕੀਆਂ ਆਉਂਦੀਆਂ ਨੇ, ਸਕੂਲਾਂ ਨੂੰ ਧਮਕੀਆਂ ਆਉਂਦੀਆਂ ਨੇ, ਜਾਂ ਫਿਰ ਮਾਈਨੋਰਟੀਜ਼ ਦੇ ਰਿਲੀਜੀਅਸ ਪਲੇਸਿਸ ਬਾਰੇ ਇਹ ਧਮਕੀਆਂ ਆਉਂਦੀਆਂ ਨੇ। ਇਹ ਬੜਾ ਮਤਲਬ ਖੌਫਨਾਕ ਹੈ, ਤੇ ਏਦਾਂ ਦੇ ਜਗ੍ਹਾ ਤੇ ਇਹ ਧਮਕੀਆਂ ਆਉਂਦੀਆਂ ਨੇ ਕਿ ਜਿੱਥੇ ਮਾੜਾ ਮੋਟਾ ਕੁਛ ਪੋਲੀਟੀਕਲ ਐਕਟਿਵਿਜ਼ਮ ਜਿੰਦਾ ਹੁੰਦਾ ਹੈਗਾ, ਠੀਕ ਹੈ, ਜੀ, ਜਾਂ ਫਿਰ ਕਿਤੇ ਇਲੈਕਸ਼ਨ ਚੱਲ ਰਿਹਾ ਹੁੰਦਾ ਗਾ। ਕੋਰਟਸ ਦੇ ਮਤਲਬ ਚੰਡੀਗੜ੍ਹ ਡਿਸਟ੍ਰਿਕਟ ਕੋਰਟ ਨੂੰ ਲੈ ਕੇ ਈਮੇਲ ਤੋਂ ਹੀ ਧਮਕੀ ਆਈ ਕਿ ਬੰਬ ਰੱਖੇ ਹੋਏ ਨੇ, ਉਡਾ ਦਿਆਂਗੇ ਅਸੀਂ। ਫਿਰ ਉੱਥੇ ਡੌਗ ਸਕੁਐਡ ਵਗੈਰਾ, ਬੰਬ ਸਕੁਐਡ ਵਗੈਰਾ ਵੀ ਪਹੁੰਚੇ, ਕੋਰਟ ਖਾਲੀ ਕਰਾਇਆ ਗਿਆ, ਤੇ ਸਾਰਾ ਕੁਛ ਉਹ ਚੱਲਿਆ ਮਾਮਲਾ। ਇਹ ਸਮਝਣ ਵਾਲਾ ਹੈ ਕਿ ਮਤਲਬ ਆਪਾਂ ਹਰਿਮੰਦਰ ਸਾਹਿਬ ਨੂੰ ਲੈ ਕੇ ਵੀ ਦੇਖ ਚੁੱਕੇ ਹੈਗੇ ਆ, ਇਸੇ ਕਿਸਮ ਦੀ ਧਮਕੀ ਦਾ ਜਿਹੜਾ ਉਹ ਸੀਗਾ। ਦਿੱਲੀ ਦੇ, ਪੰਜਾਬ ਦੇ, ਚੰਡੀਗੜ੍ਹ ਦੇ ਸਕੂਲਾਂ ਬਾਰੇ ਵੀ ਦੇਖ ਚੁੱਕੇ ਹਾਂ। ਉੱਥੇ ਵੀ ਚੰਡੀਗੜ੍ਹ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਲੈ ਕੇ ਦੇਖ ਚੁੱਕੇ ਹੈਗੇ ਆ ਕਿ ਉੱਥੇ ਵੀ ਇਸੇ ਕਿਸਮ ਦੀ ਧਮਕੀਆਂ ਕਈ ਵਾਰ ਆ ਚੁੱਕੀਆਂ ਨੇ। ਈਮੇਲ ਦੇ ਵਿੱਚ ਸਾਰਾ ਕੁਛ ਲਿਖਿਆ ਹੁੰਦਾ ਗਾ। ਜਦੋਂ ਪੁੱਛਿਆ ਜਾਂਦਾ ਹੈਗਾ ਪੁਲਿਸ ਤੋਂ ਕਿ ਤੁਸੀਂ ਉਹਨਾਂ ਬੱਚਿਆਂ ਤੱਕ ਕਿਉਂ ਨਹੀਂ, ਮਤਲਬ ਉਹਨਾਂ ਖੂੰਖਾਰ ਜਿਹੜੇ ਇਸ ਕਿਸਮ ਦੀ ਧਮਕੀਆਂ ਦੇ ਰਹੇ ਨੇ, ਇਹਦੇ 'ਚ ਜਿਹੜੇ ਦੋਖੀ ਨੇ, ਉਹਨਾਂ ਤੱਕ ਕਿਉਂ ਨਹੀਂ ਪਹੁੰਚ ਪਾ ਰਹੇ, ਤਾਂ ਉਹ ਕਹਿ ਦਿੰਦੇ ਨੇ ਉਹ ਤਾਂ ਜੀ ਡਾਰਕ ਵੈਬ ਤੋਂ ਆਪਰੇਟ ਕਰਦੇ ਨੇ, ਬਾਹਰ ਬੈਠੇ ਨੇ, ਇਸ ਕਿਸਮ ਦੇ ਬਹਾਨੇ ਹੁੰਦੇ ਹੈਗੇ ਆ। ਪਰ ਇਹ ਪੈਨਿਕ ਕਿੰਨਾ ਕ੍ਰੀਏਟ ਕਰਦੇ ਨੇ ਉਹ ਵੀ ਤੁਸੀਂ ਦੇਖੋ। ਕੰਮਕਾਜ ਵੀ ਠੱਪ ਰਹਿੰਦਾ ਗਾ ਇਹਦੇ ਕਰਕੇ, ਕੋਰਟਾਂ ਦਾ, ਸਕੂਲਾਂ ਦਾ, ਤੇ ਬੱਚਿਆਂ ਦੇ ਜਾਂ ਫਿਰ ਮੁਲਾਜ਼ਮਾਂ ਦੇ ਜਾਂ ਵਕੀਲਾਂ ਦੇ ਜਾਂ ਹੋਰ ਜਿਹੜੇ ਵੀ ਇਸ ਧਮਕੀਆਂ ਦੇ ਚਪੇਟ 'ਚ ਆਉਂਦੇ ਨੇ, ਉਹਨਾਂ ਦਾ ਕਿੰਨਾ ਆਪਾਂ ਕਹਿ ਲਈਏ ਕਿ ਮਨੋਬਲ ਗਿਰਦਾ ਹੋਊਗਾ, ਕਿੰਨਾ ਉਹਨਾਂ ਦੇ ਮਨਾਂ 'ਚ ਦਹਿਸ਼ਤ ਪਸਰਦੀ ਹੋਊਗੀ, ਉਹ ਵੀ ਇੱਕ ਅੱਡ ਤੋਂ ਸਵਾਲ ਹੈਗਾ। ਮੈਨੂੰ ਲੱਗਦਾ ਹੈਗਾ ਕਿ ਇਸ ਕਿਸਮ ਦਾ ਜਿਹੜਾ ਇੱਕ ਪੂਰਾ ਟਰੈਂਡ ਹੀ ਬਣਿਆ ਹੋਗਾ ਪਿਛਲੇ 1 ਡੂਢ ਸਾਲ ਤੋਂ। ਆਪਾਂ ਕਿੰਨੀ ਵਾਰ ਆਪਣੇ ਬੁਲੇਟਿਨਾਂ 'ਚ ਇਸ ਖਬਰ ਨੂੰ ਲੈ ਚੁੱਕੇ ਹਾਂ, ਤਾਂ ਇਹਦੇ ਤੇ ਕੁਛ ਹੂੰ, ਨਾ ਕੁਛ ਮਤਲਬ ਹੋਣਾ ਚਾਹੀਦਾ, ਮੈਨੂੰ ਵੀ ਇਹ ਲੱਗਦਾ ਹੈਗਾ ਜੀ। ਜੀ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ-ਬਹੁਤ ਧੰਨਵਾਦ।